ਏਸ਼ੀਆ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਜੀ ਤੇ ਮੈਂ ਤੁਹਾਡਾ ਹੋਸਟ ਨਰਿੰਦਰਜੀਤ ਸਿੰਘ ਜੀ ਗੱਲਬਾਤ ਲੈ ਕੇ ਪ੍ਰੋਗਰਾਮ ਗੱਲਬਾਤ ਲੈ ਕੇ ਹਾਜ਼ਰ ਹਾਂ ਤੇ ਮੇਰੇ ਨਾਲ ਸਟੂਡੀਓ ਚ ਹਨ ਜਸਜੀਤ ਸਿੰਘ ਜੀ। ਧਾਮੀ ਸਭ ਬਹੁਤ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਭਾਈ ਸਾਹਿਬ, ਬਹੁਤ ਮਿਹਰਬਾਨੀ ਤੁਹਾਡੀ। ਤੁਹਾਡੇ ਦਰਸ਼ਕਾਂ ਨੂੰ ਤੁਹਾਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਧਾਮੀ ਸਾਹਿਬ, ਅੱਜ ਆਪਾਂ ਪੰਜਾਬ ਤੋਂ ਜਿਹੜੀ ਖਬਰਸਾਰ ਤੋਂ ਸ਼ੁਰੂ ਕਰਾਂਗੇ ਜੀ। ਤੇ ਕਿਸਾਨਾਂ ਨੇ ਕਿਹਾ ਸੀ ਜੀ ਰੇਲਾਂ ਬੰਦ ਕਰਾਉਣ ਲਈ, ਤੇ ਉਹਦੇ ਬਾਰੇ ਦੱਸੋ ਵੀ ਕੋਈ ਨਵੀਂ ਗੱਲਬਾਤ ਆਈ ਸਾਹਮਣੇ? 12 ਤਰੀਕ ਦਾ ਉਹਨਾਂ ਨੇ ਐਲਾਨ ਕੀਤਾ ਸੀਗਾ। ਠੀਕ ਹੈ ਜੀ। ਤੇ ਕੱਲ ਨੂੰ ਸਵੇਰੇ ਜਿੱਦਾਂ ਹੁਣ ਜਿਹੜਾ ਦਿਨ ਚੜਿਆ ਉੱਥੇ 12 ਤਰੀਕ ਹੋ ਗਈ ਆ। ਠੀਕ ਹੈ ਜੀ। ਤੇ ਜਿਹੜੀਆਂ ਕੁਝ ਟ੍ਰੇਨਾਂ ਦੇ ਰੂਟ ਜਿਹੜੇ ਆ ਰੱਦ ਕਰ ਦਿੱਤੇ ਗਏ ਆ ਤੇ ਕੁਝ ਜਿਹੜੀਆਂ ਆ ਉਹ ਚੇਂਜ ਕੀਤੀਆਂ ਗਈਆਂ, ਕਿਉਂਕਿ ਕਿਸਾਨਾਂ ਦੇ ਜਿਹੜੀ ਗੱਲ ਕਹੀ ਸੀ ਉਹਦੇ ਤੇ ਉਹ ਪੂਰਾ ਉਤਰਨਗੇ। ਠੀਕ ਹੈ ਜੀ। ਤੇ ਇਹ ਤੋਂ ਪਹਿਲਾਂ ਕਿ ਕੇਂਦਰ ਸਰਕਾਰ ਨੇ ਉਹ ਚੀਜ਼ਾਂ ਨੂੰ ਦੇਖਦੇ ਆ ਹਾਂਜੀ ਜਿਹੜੀਆਂ ਇਹ ਸੀਗੀਆਂ ਟ੍ਰੇਨਾਂ ਆਪਣੇ ਰੇਲਾਂ ਦੇ ਰੂਟ ਟਾਈਮ ਟੇਬਲ ਆ ਜਿਹੜੇ ਉਹ ਚੇਂਜ ਕਰ ਦਿੱਤੇ ਆ। ਠੀਕ ਹੈ। ਪਰ ਉਹਦੇ ਨਾਲ ਭਾਜੀ ਪ੍ਰਸ਼ਾਸਨ ਦੇ ਇਸ ਬਦਲ ਦੇ ਨਾਲ ਕੀ ਆਮ ਜਿਹੜੀ ਪਬਲਿਕ ਆ ਉਹਨੂੰ ਜਿਹੜਾ ਕਸ਼ਟ ਹੋਣਾ ਉਹਦੇ ਬਾਰੇ ਤਾਂ ਹਜੇ ਗੱਲਬਾਤ ਸਾਹਮਣੇ ਆਉਣੀ ਆ ਅੱਜ ਦੇ ਬਿਲਕੁਲ ਆਉਣੀ ਹੈ ਜੀ। ਬਿਲਕੁਲ ਵੀ ਲੋਕਾਂ ਨੂੰ ਪਹਿਲਾਂ ਕਿੰਨੀ ਪ੍ਰੋਬਲਮ ਸੀ ਤਾਂ ਹੁਣ ਕਿੰਨੀ ਆ। ਬਿਲਕੁਲ ਕਿਹੜੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਆਉਂਦੀਆਂ ਸੀਗੀਆਂ। ਹਾਂਜੀ। ਹੁਣ ਅਜਮੇਰ ਤੋਂ ਅੰਮ੍ਰਿਤਸਰ ਦੀ ਟ੍ਰੇਨ ਜਿਹੜੀ ਆ 12 ਤਰੀਕ ਨੂੰ ਆਉਣੀ ਸੀ ਹਾਂਜੀ ਤੇ 13 ਨੂੰ ਵਾਪਸ ਜਾਣੀ ਸੀ। ਹਾਂਜੀ ਉਹਦਾ ਵੀ ਰੂਟ ਜਿਹੜਾ ਕੈਂਸਲ ਕਰ ਦਿੱਤਾ ਜੀ ਇਹਨਾਂ ਨੇ। ਠੀਕ ਹੈ ਜੀ। ਤੇ ਜਿਹੜੀਆਂ ਦੂਜੀਆਂ ਲੋਕਲ ਟ੍ਰੇਨਾਂ ਆ ਹਾਂਜੀ ਉਹਨਾਂ ਦੇ ਵੀ ਕਰ ਰਹੇ ਆ, ਜਾਨੀ ਕੁਝ ਵਿਸਤਾਰ ਦੇ ਨਾਲ ਜਿਹੜੀ ਜਾਣਕਾਰੀ ਆਪਾਂ ਕਹਿ ਸਕਦੇ ਆ ਵੀ ਕਾਫੀ ਇਹਨਾਂ ਟ੍ਰੇਨਾਂ ਦੇ ਰੂਟ ਰੱਦ ਕਰਨ ਦੇ ਨਾਲ ਜਾਂ ਚੇਂਜ ਕਰਨ ਦੇ ਨਾਲ ਆਮ ਪਬਲਿਕ ਨੂੰ ਆਮ ਲੋਕਾਂ ਨੂੰ ਜਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ, ਜਾਂ ਬਿਜ਼ਨਸਮੈਨਾਂ ਦਾ ਕੋਈ ਸਮਾਨ ਆਉਣਾ ਹੁੰਦਾ ਵੀਕਐਂਡ ਦੇ ਉੱਤੇ ਵਿਕਣਾ ਹੁੰਦਾ ਜਾਂ ਕਿਵੇਂ ਹੈ ਨਾ, ਉਹ ਸਾਰੀਆਂ ਚੀਜ਼ਾਂ ਨੂੰ ਜੇ ਮੁੱਖ ਰੱਖ ਕੇ ਚੱਲੀਏ ਹਾਂਜੀ ਤੇ ਕਿਸਾਨਾਂ ਦਾ ਅੰਦੋਲਨ ਜਿਹੜਾ ਆਪਾਂ ਕਹਿ ਸਕਦੇ ਆ ਵੀ ਇਸ ਲਈ ਬਹੁਤ ਭਖਿਆ ਹੋਇਆ ਆ। ਹਾਂਜੀ ਹਾਂਜੀ ਤੇ ਉਹ ਉੱਪਰ ਵੱਲ ਨੂੰ ਜ਼ਿਆਦਾ ਚੱਲ ਰਿਹਾ ਜਾਨੀ ਠੀਕ ਹੈ ਨਾ। ਬਿਲਕੁਲ ਜਾ ਰਿਹਾ ਤੇ ਜਿਹਦੇ ਕਰਕੇ ਕੇਂਦਰ ਸਰਕਾਰ ਹੋਰ ਗੱਲਾਂ ਸਭ ਕਰੀ ਜਾਂਦੀ ਆ ਲੇਕਿਨ ਉਹਨਾਂ ਦੇ ਬਿੱਲ ਜਿਹੜੇ ਆ ਉਹ ਨਹੀਂ ਮਾਫ ਹੋ ਰਹੇ, ਜਿਹੜੇ ਕਰ ਰਹੇ ਰੱਦ ਕਰ ਰਹੇ। ਤਾਂ ਸਾਹਿਬ ਗੱਲ ਇਹ ਹੈ ਨਾ ਕਿ ਉਹਨਾਂ ਨੂੰ ਹਾਲੇ ਵੀ ਉਹ ਜਿੱਦ ਹੈ ਕਿ ਹਾਂ ਮੈਂ ਨਾ ਮੰਨੂ, ਇਹੀ ਕਹਿ ਸਕਦੇ ਆ। ਪਰ ਮੈਨੂੰ ਇਦਾਂ ਲੱਗ ਰਿਹਾ, ਮਹਿਸੂਸ ਹੋ ਰਿਹਾ ਜਿਹੜੀ ਗੱਲ ਆ ਬਈ ਕੇਂਦਰ ਸਰਕਾਰ ਚਾਹੁੰਦੀ ਹੋਈ ਵੀ ਨਹੀਂ ਕੰਮ ਕਰ ਰਹੀ। ਬਿਲਕੁਲ ਜੀ। ਵੈਸੇ ਤਾਂ ਸਰਕਾਰ ਜਿਹੜੀ ਹੁੰਦੀ ਉਹ ਜਨਤਾ ਲਈ ਹੁੰਦੀ ਹੈ। ਹਾਂ ਤੇ ਬਿਲਕੁਲ। ਮੈਨੂੰ ਇਹ ਸਰਕਾਰ ਲੱਗਦਾ ਨਹੀਂ ਵੀ ਇਹ ਜਨਤਾ ਲਈ ਆ। ਇਹੀ ਕਹਿ ਸਕਦੇ ਭਾਜੀ ਹੁਣ ਕੀਤਾ ਹੈ ਨਾ। ਚਲੋ ਦੂਜੀ ਹੈਗੀ ਹੈ ਜੀ ਕਿਸਾਨਾਂ ਦੇ ਜਿਹੜੇ ਖੇਤੀ ਕਾਨੂੰਨ ਨੂੰ ਪੱਖ 'ਚ ਕਰਨ ਲਈ ਭਾਜਪਾ ਤੇ ਆਰਐਸ ਨੇ ਕੋਈ ਨਵੀਂ ਯੋਜਨਾ ਆਈ ਸਾਹਮਣੇ ਉਹਨਾਂ ਦੀ। ਹਾਂਜੀ ਭਾਜੀ, ਇਹ ਵੀ ਸਾਹਮਣੇ ਆ ਰਹੀ ਹੈ ਵੀ ਪਿੰਡ ਪੱਧਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਵਾਲੇ ਹਾਂਜੀ ਬੈਠਕਾਂ ਕਰਨ ਲੱਗ ਪਏ ਆ, ਮੀਟਿੰਗਾਂ, ਹਾਂਜੀ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਲਈ, ਹਮਦਰਦੀ ਕਰਨ ਲਈ। ਹਾਂਜੀ ਹਾਂਜੀ ਜਿਹੜੀ ਕਿ ਉਹਨਾਂ ਦੀ ਕੋਈ ਫਸਲ ਜਾਊਗੀ ਮੰਡੀਆਂ ਦੇ ਵਿੱਚ, ਹਾਂਜੀ ਉੱਥੇ ਜਾ ਕੇ ਉਹਨਾਂ ਦੇ ਨਾਲ ਯਾਨੀ ਕਿ ਮਦਦ ਕਰਨੀ, ਫ੍ਰੀ ਦੇ ਵਿੱਚ ਹਮਦਰਦੀ ਦਿਖਾਉਣੀ ਵੀ ਲੋਕੀ ਸਾਡੇ ਪੱਖ ਦੇ ਵਿੱਚ ਹੋ ਜਾਣ। ਠੀਕ ਹੈ। ਯਾਨੀ ਇਹ ਇੱਕ ਨਵੀਂ ਚੀਜ਼ ਉਹਨਾਂ ਨੇ ਸ਼ੁਰੂ ਕੀਤੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਕਿੰਨੇ ਕੁ ਕਾਮਯਾਬ ਹੁੰਦੇ ਆ, ਹਾਂਜੀ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਜਾਂ ਕੀ ਕਰ ਰਹੇ ਆ। ਹਾਂਜੀ ਹਾਂਜੀ ਪਰ ਇਹ ਆ ਵੀ ਇੱਕ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਨੇ ਇੱਕ ਇਹ ਨਵਾਂ ਪੈਂਤਰਾ ਜਿਹੜਾ ਆ ਸ਼ੁਰੂ ਕਰਤਾ। ਠੀਕ ਹੈ। ਲੋਕਾਂ ਦੇ ਵਿੱਚ ਇੱਕ ਜਾਣ ਲਈ, ਪਬਲਿਕ ਦੇ ਵਿੱਚ ਜਾਣ ਲਈ, ਜਾਂ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਲਾ ਲਓ, ਜਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਲਾ ਲਓ। ਵੀ ਇੱਕ ਪਾਸੇ ਤਾਂ ਤੁਸੀਂ ਕਿਸਾਨਾਂ ਨੂੰ ਛਿੱਕੇ ਟੰਗਿਆ ਪਿਆ ਪਿਛਲੇ 3.5 ਮਹੀਨਿਆਂ ਤੋਂ, ਇੱਕ ਪਾਸੇ ਤੁਸੀਂ ਇਹ ਹਮਦਰਦੀ ਦਿਖਾਉਂਦੇ ਆ ਵੀ ਮੰਡੀਆਂ 'ਚ ਜਾ ਕੇ ਤੇ ਉਹਨਾਂ ਦੀ ਮਦਦ ਕਰਦੇ ਆ। ਤੇ ਕੀ ਲੋਕੀ ਬੁੱਧੂ ਆ? ਲੋਕਾਂ ਨੂੰ ਨਹੀਂ ਦੀਦਾ? ਲੋਕਾਂ ਨੂੰ ਸਭ ਦੀਦਾ ਆ, ਲੇਕਿਨ ਇਹ ਲੋਕੀ ਮੇਰਾ ਖਿਆਲ ਨਹੀਂ ਵੀ ਇਹਨਾਂ ਦੀ ਹਮਦਰਦੀ ਨੂੰ ਆਪਣੇ ਅਸੈਪਟ ਕਰਨਗੇ ਜਾਂ ਮਨਜ਼ੂਰ ਸਵੀਕਾਰ ਨਹੀਂ ਕਰਨਗੇ। ਤਾਂ ਮੈਂ ਗੱਲ ਇਹ ਤਾਂ ਨਾ ਹੁਣ ਉਹ ਉਹਨਾਂ ਨੂੰ ਕੋਈ ਰਾਹ ਲੱਭਦੇ ਆ ਵੀ ਅਸੀਂ ਜਨਤਾ 'ਚ ਕਿਵੇਂ ਖੜੀਏ। ਹਾਂਜੀ ਹਾਂਜੀ, ਕਿਉਂਕਿ ਉਦਾਂ ਜਨਤਾ ਨੇ ਉਹਨਾਂ ਨੂੰ ਖੜਨ ਨਹੀਂ ਦੇਣਾ। ਬਿਲਕੁਲ ਬਿਲਕੁਲ ਭਾਜੀ। ਤੇ ਦੂਜਾ ਇਹ ਆ ਵੀ ਉਹ ਇਹ ਆਪਣੀ ਪੱਖ ਰੱਖਣਾ ਚਾਹੁੰਦੇ ਵੀ ਜੋ ਅਸੀਂ ਕਾਨੂੰਨ ਲਿਆਏ ਆ ਬੇਸਿਕਲੀ ਉਹ ਕਿਸਾਨ ਗਲਤ ਆ, ਅਸੀਂ ਠੀਕ ਆ। ਬਿਲਕੁਲ ਬਿਲਕੁਲ ਜੀ। ਤੇ ਉਹ ਤਾਂ ਹੁਣ ਲੋਕਾਂ ਨੂੰ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਤੇ ਕਿਸਾਨਾਂ ਨਾਲ। ਹੁਣ ਅੱਜ ਫੇਰ ਸਟੇਟਮੈਂਟ ਸੀਗੀ ਖੇਤੀਬਾੜੀ ਮੰਤਰੀ ਜਿਹੜਾ ਕੇਂਦਰੀ ਮੰਤਰੀ ਆ, ਉਹਨੇ ਕਿਹਾ ਵੀ ਅਸੀਂ ਜਿਹੜਾ ਭੇਜੀ ਸੀ ਤਜਵੀਜ਼ ਇਹਨਾਂ ਵਾਸਤੇ ਤੇ ਅਸੀਂ ਫੇਰ ਵੀ ਉਹਨਾਂ ਤੇ ਵਿਚਾਰ ਕਰਨ ਨੂੰ ਤਿਆਰ ਆ। ਜਾਨੀ ਮੂਰਖ ਹਜੇ ਹੋਰ ਬਣਾਉਣ ਤੇ ਤਿਆਰ ਹੀ ਆ ਉਹ। ਮਤਲਬ ਉਹਨਾਂ ਨੇ ਦੇਖੋ, ਉਹਨਾਂ ਦਾ ਇਹ ਆ ਵੀ ਅਸੀਂ ਇਹਦੇ 'ਚ ਜਿਹੜੇ ਕਾਨੂੰਨ ਲਿਆਂਦੇ ਅਸੀਂ ਅਮੈਂਡਮੈਂਟ ਤਾਂ ਕਰ ਸਕਦੇ ਆ, ਪਰ ਰੱਦ ਨਹੀਂ ਕਰਨਾ। ਰੱਦ ਨਹੀਂ ਕਰਨੇ ਕਹਿਣ ਦਾ ਮਤਲਬ ਇਹੀ ਹੋਇਆ ਜੀ। ਉਹ ਤਾਂ ਸਪਸ਼ਟ ਕਰ ਰਹੇ ਆ, ਪਰ ਕਿਸਾਨ ਕਹਿੰਦੇ ਆ ਵੀ ਹੁਣ ਹਾਂ ਜਾਂ ਨਾ ਵਾਲੀ ਲੜਾਈ ਹੋਣੀ ਆ। ਹਾਂਜੀ ਹਾਂਜੀ ਬਿਲਕੁਲ। ਜਾਂ ਦੱਸ ਦਿਓ ਵੀ ਅਸੀਂ ਕਰਨਾ, ਜਾਂ ਦੱਸ ਦਿਓ ਨਹੀਂ ਕਰਨਾ, ਅਗਲਾ ਫੇਰ ਅਸੀਂ ਆਪੇ ਆਪਣੇ ਕੰਮ ਚੱਕ ਦੇਣਾ। ਬਿਲਕੁਲ ਜੀ, ਆਰ ਪਾਰ ਦੀ ਲੜਾਈ ਆ ਹੁਣ। ਹਾਂ ਬਿਲਕੁਲ ਬਿਲਕੁਲ ਭਾਜੀ, ਇਹ ਤਾਂ ਹੈ। ਤੇ ਤਾਂ ਸਾਹਿਬ ਕੇਜਰੀਵਾਲ ਜਿਹੜੀ ਹੈਗੀ ਸਰਕਾਰ ਆ, ਉਹਨੂੰ ਸੁਖਬੀਰ ਬਾਦਲ ਨੇ ਕਿਹਾ ਵੀ ਇਹ ਕੇਂਦਰ ਦੀ ਕਠਪੁਤਲੀ ਆ ਜੀ। ਹਾਂਜੀ ਭਾਜੀ, ਪਿਛਲੇ ਦਿਨਾਂ ਤੋਂ ਇੱਕ ਦੂਜੇ ਤੇ
ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈ ਨਾ ਇਹ ਦੂਸ਼ਣਬਾਜ਼ੀ ਕਰ ਰਹੀਆਂ ਆ, ਬਿਆਨਬਾਜ਼ੀ ਕਰ ਰਹੀਆਂ ਆ, ਹਾਂਜੀ ਤੇ ਲੋਕੀ ਨਿਆਣੇ ਨਹੀਂ ਹੁਣ ਬਹੁਤ ਬਿਲਕੁਲ, ਸਿਆਣੇ ਆ, ਕਿਉਂਕਿ ਹਰੇਕ ਨੂੰ ਪਤਾ ਵੀ ਇਹ ਰਾਜਨੀਤੀ ਹੁਣ ਵੋਟਾਂ ਆਉਣੀਆਂ ਹਾਂਜੀ ਚੱਲਣੀ ਆ। ਹਾਂਜੀ ਹਾਂਜੀ ਤੇ ਪਿਛਲੇ ਦਿਨੀ ਪਹਿਲਾਂ ਜਿੱਦਾਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਰ ਦਿੱਤਾ, ਹਾਂਜੀ। ਫਿਰ ਕੇਜਰੀਵਾਲ ਸਾਹਿਬ ਨੇ ਉਹਦੀ ਟਿੱਪਣੀ ਕਰ ਦਿੱਤੀ, ਫਿਰ ਮੁੜ ਕੇ ਸੁਖਵੀਰ ਹੁਣਾਂ ਨੇ ਕਰਤੀ, ਫਿਰ ਕੇਜਰੀਵਾਲ ਨੇ ਕਹਿ ਦਿੱਤਾ ਵੀ ਇਹ ਵੀ ਉਦੋਂ ਮੈਂਬਰ ਸੀਗੇ ਜਦੋਂ ਬਿੱਲ ਬਣੇ ਸੀ। ਹਾਂਜੀ ਹਾਂਜੀ ਯਾਨੀ ਲੋਕਾਂ ਨੂੰ ਇਦਾਂ ਘੁਮਾਈ ਜਾਂਦੇ ਆ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਕਿਸੇ ਚੀਜ਼ ਨੂੰ ਛੋਟੀ ਚੀਜ਼ ਦੇ ਵਿੱਚ ਪਾ ਕੇ ਤੇ ਪਾਣੀ ਦੇ ਵਿੱਚ ਪਾ ਕੇ ਤੇ ਮਧਾਣੀ ਪਾ ਦੇਣੀ ਆ, ਵੀ ਹਾਂਜੀ, ਹਾਂਜੀ। ਮਿਕਸ ਕਰ ਦਿਓ ਹਨਾ, ਵੀ ਪਤਾ ਸਾਰੀਆਂ ਪਾਰਟੀਆਂ ਦਾ ਇਹ ਲੋਕਾਂ ਨੂੰ ਪਤਾ ਹੀ ਹੈ ਜੀ। ਕਿਉਂਕਿ ਹੁਣ ਲੋਕੀ ਇੱਥੇ ਤੱਕ ਆ ਗਏ ਆ ਵੀ ਜਿਹੜੇ ਧਰਨੇ ਵੀ ਚੱਲ ਰਹੇ, ਸੰਘਰਸ਼ ਚੱਲ ਰਿਹਾ, ਉੱਥੇ ਕੋਈ ਆਪਣੇ ਪੋਲੀਟੀਕਲ ਲੋਕ ਨਾ ਪਹੁੰਚਣ, ਬਿਲਕੁਲ ਜੀ ਬਿਲਕੁਲ। ਕਿਉਂਕਿ ਇੰਨੇ ਕੁ ਪਰੇਸ਼ਾਨ ਹੋ ਗਏ ਆ ਵੀ ਉਹਨਾਂ ਨੇ ਆ ਕੇ ਪਤਾ ਨਹੀਂ ਕਿਹੜੀ ਸਟੇਟਮੈਂਟ ਦੇ ਦੇਣੀ ਆ ਵੀ ਸਾਡਾ ਇਹ ਮੋਰਚਾ ਜਿਹੜਾ ਫਤਿਹ ਵੱਲ ਨੂੰ ਤੁਰਿਆ ਆ, ਚੜ੍ਹਦੀ ਗੱਲ ਆ ਲੂੰਗਾ ਵੀ ਪਤਾ ਨਹੀਂ ਲੋਕਾਂ ਦੇ ਵਿੱਚ ਆ ਕੇ ਇਹਨਾਂ ਨੇ ਕੀ ਕਹਿ ਦੇਣਾ ਤੇ ਹੋਰ ਨਾ ਮੁੜ ਕੇ ਸਾਨੂੰ ਮਿੰਨਤਾਂ ਤਰਲੇ ਕਰਨੇ ਪੈਣ। ਕੀ ਕੜੀ ਘੋਲਣੀ ਇਹਨਾਂ ਦਾ ਕੋਈ ਪਤਾ ਨਹੀਂ। ਬਿਲਕੁਲ ਜੀ। ਇਸ ਕਰਕੇ ਸੁਖਵੀਰ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਉਹ ਵੀ ਸਾਡੇ ਕੋਲ ਵੀਡੀਓ ਪਹੁੰਚੀ ਆ ਹਾਂਜੀ। ਤੇ ਉਹ ਵੀ ਆਪਾਂ ਆਪਣੇ ਹੁਣ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਜੀ। ਠੀਕ ਹੈ ਜੀ। ਕੰਡੈਮ ਕਰਦੇ ਆ ਜਿਹੜਾ ਫੈਸਲਾ ਸੈਂਟਰ ਦੀ ਸਰਕਾਰ ਨੇ ਜਿਸ ਕਾਨੂੰਨ ਨਹੀਂ ਵਾਪਸ ਕਰਨੇ, ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੇ ਦੇਖਿਆ ਕਿ ਜਿਹੜਾ ਪ੍ਰੈਸ ਕਾਨਫਰੰਸ ਸੈਂਟਰ ਦੀ ਸਰਕਾਰ ਨੇ ਕੀਤੀ ਹੈ, ਇੱਥੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸੈਂਟਰ ਦੀ ਸਰਕਾਰ ਨੇ ਦੇਸ਼ ਦੇ ਅੰਨਦਾਤਾ ਦੇ ਖਿਲਾਫ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਉਹ ਅੰਨਦਾਤਾ ਜਿਸਨੇ ਦੇਸ਼ ਨੂੰ ਫੂਡ ਗ੍ਰੇਨ ਵਿੱਚ ਸਰਪਲਸ ਕੀਤਾ, ਜਿਨੇ ਦਿਨ ਰਾਤ ਮਿਹਨਤ ਕਰਕੇ ਚਾਹੁੰਦਾ ਕੀ ਹੈ ਅੰਨਦਾਤਾ ਕਿ ਜਿਹੜਾ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਬਣਾਏ ਹੈ ਉਹ ਕਾਨੂੰਨ ਨਹੀਂ ਚਾਹੁੰਦਾ। ਡੈਮੋਕ੍ਰੇਸੀ ਦਾ ਮਤਲਬ ਹੈ ਕਿ ਜਿਹੜੇ ਲੋਕ ਨਹੀਂ ਚਾਹੁੰਦੇ ਜਿਹੜੀ ਚੀਜ਼, ਸਰਕਾਰਾਂ ਦਾ ਫਰਜ਼ ਹੈ ਕਿ ਉਹ ਚੀਜ਼ਾਂ ਨਾ ਲਾਗੂ ਕਰਨ। ਆ ਜਿਹੜੇ ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਹੈ ਦਾ ਰੂਲ ਹੋਏ। ਬੜਾ ਅਫਸੋਸ ਹੈ ਕਿ ਸੈਂਟਰ ਦੀ ਸਰਕਾਰ ਨੇ ਡਿਕਟੇਟਰਸ਼ਿਪ ਦਾ ਤਰੀਕਾ ਵਰਤਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਲੱਗਣਾ ਸ਼ੁਰੂ ਕਰ ਦਿੱਤਾ। ਜਿਹੜੀ ਹਾਲਾਤ ਹੁਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸੈਂਟਰ ਦੀ ਸਰਕਾਰ, ਪਿਛਲੇ 2-3 ਦਿਨਾਂ 'ਚ ਅਸੀਂ ਦੇਖ ਰਹੇ ਹਾਂ ਕਿ ਅੰਨਦਾਤਾ ਦੀ ਲੜਾਈ ਨੂੰ ਕਮਿਊਨਲ ਲੜਾਈ, ਦੇਸ਼ ਵਿਰੋਧੀ ਲੜਾਈ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਆ ਜਿਹੜਾ ਅੰਨਦਾਤਾ ਮੀਡੀਆ ਰਾਹੀਂ ਉਹਨਾਂ ਸੈਂਟਰ ਦੀ ਸਰਕਾਰ ਦੇ ਮੰਤਰੀਆਂ ਦੇ ਬਿਆਨਾਂ ਰਾਹੀਂ ਦਿਖਾਇਆ ਜਾ ਰਿਹਾ ਹੈ ਕਿ ਯਾਰ ਐਕਸਟ੍ਰੀਮਿਸਟ ਹਨ, ਖਾਲਿਸਤਾਨੀ ਹਨ, ਇੱਕ ਧਰਮ ਨਾਲ ਜੋੜ ਕੇ ਦਿਖਾਏ ਜਾ ਰਹੇ ਹੈ। ਜਿਹੜੇ ਅੰਨਦਾਤਾ ਹੈ ਸਾਰੇ ਧਰਮਾਂ ਦੇ ਲੋਕ ਇਸ ਲੜਾਈ ਵਿੱਚ ਸ਼ਾਮਿਲ ਹਨ। ਸੋ ਬੜਾ ਅਫਸੋਸ ਹੈ ਕਿ ਜਿਸ ਤਰੀਕੇ ਨਾਲ ਸੈਂਟਰ ਦੀ ਸਰਕਾਰ ਲੜੀ ਹੈ, ਦੇਸ਼ ਦੀ ਜਿਹੜੀ ਅਮਨ ਸ਼ਾਂਤੀ ਬੜੀ ਮੁਸ਼ਕਿਲ ਨਾਲ, ਪੰਜਾਬ ਦੀ ਅਮਨ ਸ਼ਾਂਤੀ ਮਸਾ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਤਰੱਕੀ ਦੀ ਬੁਲੰਦੀਆਂ ਲਿਆਂਦਾ ਸੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਸੈਂਟਰ ਦੀ ਸਰਕਾਰ ਦਾ ਰਵੱਈਆ ਐਜਾ ਬਣ ਰਿਹਾ ਹੈ ਕਿ ਜਿਹੜੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਖਤਰਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੈ। ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਫਿਰ ਤੋਂ ਬੇਨਤੀ ਕਰਦੇ ਹਾਂ, ਜਿਹੜਾ ਇਹਨਾਂ ਨੇ ਜਿਹੜਾ ਸਖਤ ਰਵੱਈਆ ਲੜਾਈ ਦਾ ਵਰਤੀਆ ਇਹਨਾਂ ਨੇ ਲੜਨ ਦਾ ਫੈਸਲਾ ਕੀਤਾ ਹੈ, ਟਕਰਾਅ ਦਾ ਨੀਤੀ ਬਣਾਉਣ ਦੀ ਫੈਸਲਾ ਕੀਤਾ ਹੈ। ਟਕਰਾਅ ਦੀ ਨੀਤੀ ਨਾ ਬਣਾਉਣ, ਕਿਉਂਕਿ ਦੇਸ਼ ਦੇ ਅੰਨਦਾਤਾ ਕਿਤੇ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹਦੇ ਨਾਲ ਇੰਨਾ ਵੱਡਾ ਧੱਕਾ ਹੋਏ। ਸ਼੍ਰੋਮਣੀ ਅਕਾਲੀ ਦਲ ਅੰਨਦਾਤਾ ਦੀ ਲੜਾਈ ਦੇ ਨਾਲ ਹੈ ਤੇ 17 ਲੋਕ ਸ਼ਹੀਦ ਹੋ ਗਏ ਇਸ ਜੰਗ ਵਿੱਚ। ਅਸੀਂ ਸਾਰੀ ਕੋਰ ਕਮੇਟੀ ਨੇ, ਸਾਡੀ ਪਾਰਟੀ ਨੇ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਤੇ ਮੈਂ ਤਾਂ ਆਹੀ ਬੇਨਤੀ ਕਰਨਾ ਚਾਹਣਾ ਹੈ ਕਿ ਸਾਰੇ ਲੋਕ
ਸਾਰੇ ਦੇਸ਼ਵਾਸੀ ਸਾਰੇ ਜਿਹੜੀ ਲੜਾਈ ਲੜ ਰਹੇ ਆ ਤਕੜੇ ਹੋ ਕੇ ਆਪਾਂ ਸਾਰੇ ਦੇਸ਼ ਦੇ ਅੰਨਦਾਤਾ ਨਾਲ ਖੜੀਏ ਤੇ ਮੋਦੀ ਸਾਹਿਬ ਤੋਂ ਮਜਬੂਰ ਕਰੀਏ ਕਿ ਉਹ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਬਣਾਏ ਆ ਉਹ ਵਾਪਸ ਲੈਣ। कोई गल सर नरेंद्र सिंह तोमर साहब ने कहा है कि हमारे जो रिफॉर्म्स हमने दिए हैं वो रिफॉर्म्स काफ़ी हैं और जो अपील करते हैं किसानों से कि वो वापस लेने अमल करना। किसान जो चाहते हैं वो चाहते हैं कि सारे कानून वापस हों। ये कानून बनाए गए हैं किसानों के लिए। अगर किसान ही नहीं चाहते ये कानून फिर आप फोर्स क्यों कर रहे हो? ये नीति फोर्स करने की, जैसे पहले उन्होंने नोटबंदी फोर्स की, जीएसटी फोर्स किया, अब ये चाहते हैं कि जो भी हम फैसला बनाएं दफ्तरों में बैठ के बनाएं हम जबरदस्ती लागू करें। ये डेमोक्रेटिक देश है। अगर किसान नहीं चाहते, आपने देखा कि सारे देश की सारी किसान जथेबंदी इकट्ठी हो गई हैं, पूरे देश में भारत बंद हुआ है, सारे देश के किसानों की यही आवाज है कि हम नहीं चाहते ये कानून, फिर ये क्यों रख रहे हैं मुझे समझ नहीं आ रहा। अच्छा बादल साहब ਜਿਹੜੀਆਂ ਰੇਲਾਂ ਰੋਕਾਂਗੇ ਅਸੀਂ ਬੜਾ ਹਿੰਸਕ ਰੂਪ ਦੇਣ ਦੀ ਜਿਹੜੀ ਗੱਲ ਬਾਰ-ਬਾਰ ਕਹੀ ਜਾ ਰਹੀ ਸੀਗੀ, ਸੋ ਕਿਸਾਨ ਕਹਿੰਦੇ ਨੇ ਕਿ ਇੰਨੀਆਂ ਮੀਟਿੰਗਾਂ ਹੋ ਗਈਆਂ ਬਿਨਾਂ ਸਿੱਟਾ ਰਹੀਆਂ ਨੇ, ਸੋ ਹੁਣ ਅਸੀਂ ਜਿਹੜਾ ਰੇਲਾਂ ਰੋਕਣੀਆਂ ਨੇ ਪੂਰੇ ਦੇਸ਼ ਦੇ ਵਿੱਚ, ਕਿਸ ਤਰ੍ਹਾਂ ਵੇਖਦੇ ਹੋ ਇਸ ਗੱਲ ਨੂੰ? सी गल है कि हर जथेबंदी ਨੂੰ हर समाज के लोगों ਨੂੰ हक है अपनी आवाज़ पीसफुली आवाज़ रखने की। पर जिमें रवैया बन गया सेंटर का सरकार का कि उन्हें कन्फरंट करना है, उन्होंने दबाना है, डेमोक्रेसी थोड़ी दबाया जा सकता है। अपने देश के लोग है, देश के अन्नदाता है। जो देश में रोटी की लोड़ सी उदों तो आई किसान से जिन्होंने दिन रात मेहनत सुन रहे। तो जी माड़ी गल है कि जेडे देश की सेंटर सरकार अन्नदाता नूं एंटी नैशनल दसन लग गई है। जे तुसीं एंटी नैशनल दस रहे हो फिर तुसीं मीटिंग क्यों कीती इन्हां नाल? क्योंकि मीटिंग थोड़ी फेल हो गई, हुण तुसीं एंटी नैशनल बनाता। आ सेंटर की सरकार की कोशिश रही है, जेडे लोग सेंटर की सरकार की गल नहीं मानते, कोई भी देश का देशवासी सेंटर की सरकार की हुण पॉलिसी रहेगी है, जेड़े भी गल नहीं मनूगा, कोई पोलिटिकल पार्टी ना मने या कोई सैक्शन ऑफ पार्टी ना लोग ना मनन, उन्होंने इक्को ही गल हुंदा प्रोजेक्ट करन लग जाते हैं कि एंटी नैशनल है। आ देश के लोग एंटी नैशनल नहीं है, आ किसान एंटी नैशनल नहीं है। देश की लड़ाई देश नूं बचाउण वाले किसान है। कांग्रेस वाली पॉलिसी आ वही पॉलिसी जिहड़ी कांग्रेस सरकार ने, तुसीं देखो अमन शांति भंग कराई सी, अज देखो पंजाब कितनी देर बाद अमन शांति वापस आई है। अज वही नीति ते हुण बीजेपी चल पई है, सेंटर सरकार चल पई है। हाँ जी, ये सन सुखबीर सिंह बादल ਜਿਹੜੇ ਕਿ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਦੇ ਰਹਿ ਚੁੱਕੇ ਆ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਆ ਉਹਦੇ ਪ੍ਰਧਾਨ ਨੇ। ਤੇ ਹੀਰ ਸਾਹਿਬ ਇਹਨਾਂ ਨੇ ਜਿਹੜੀ ਗੱਲਬਾਤ ਕੀਤੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਜਿਹੜੀ ਚੀਜ਼ ਕਿਸਾਨਾਂ ਨੂੰ ਨਹੀਂ ਚਾਹੀਦੀ ਉਹ ਧੱਕੇ ਨਾਲ ਥੋਪੀ ਜਾ ਰਹੀ ਆ ਤੇ ਅੰਦਰ ਕਮਰਿਆਂ 'ਚ ਬਹਿ ਕੇ ਏਸੀ ਰੂਮਾਂ ਦੇ ਵਿੱਚ ਬਹਿ ਕੇ ਜਿਹੜੇ ਕਾਨੂੰਨ ਬਣਾਤੇ ਆ ਵੀ ਉਹ ਜੇ ਨਹੀਂ ਚਾਹੁੰਦੇ ਤਾਂ ਤੁਸੀਂ ਕਿਉਂ ਉਹਨਾਂ ਨੂੰ ਜ਼ਬਰਦਸਤੀ ਕਰ ਰਹੇ ਆ। ਔਰ ਵਿਦੇਸ਼ਾਂ ਵਿੱਚ ਵੀ ਇਸ ਚੀਜ਼ ਦੀ ਚਰਚਾ ਚੱਲੀ ਜਾ ਰਹੀ ਆ ਤੇ ਪੰਜਾਬ 'ਚ ਵੀ ਇਹੀ ਚੱਲਦਾ। ਜਾਣੀ ਕਿ ਹੁਣ ਤਾਂ ਕਹਿ ਸਕਦੇ ਵੀ ਵਰਲਡ ਵਾਈਡ ਹੀ ਇਹ ਗੱਲ ਹੋ ਗਈ ਆ, ਜਿੱਥੇ ਜਿੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀਆਂ ਵੀ ਹੋ ਰਹੀਆਂ ਤੇ ਲੋਕੀ ਇਹ ਵੀ ਜੁੜੇ ਆ ਵੀ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਪੈਂਦੀ ਆ, ਮਦਦ ਲੋੜ ਪੈਂਦੀ ਆ ਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਬਿਲਕੁਲ ਜੀ ਬਿਲਕੁਲ ਧਾਮੀ ਸਾਹਿਬ, ਬੜੀ ਜਿਹੜਾ ਇਹ ਵਧੀਆ ਗੱਲ ਹੈ ਵੀ ਜਿਹੜੀ ਚੀਜ਼ ਅਸੀਂ ਕਹਿੰਦੇ ਵੀ ਸਾਨੂੰ ਭੁੱਖ ਨਹੀਂ, ਪਰ ਉਹ ਕਹਿੰਦੇ ਨਹੀਂ ਤੁਹਾਨੂੰ ਖਾਣਾ ਪੈਣਾ ਹੈ। ਹਾਂ, ਉਹ ਗੱਲ ਹੈ ਵੀ ਧੱਕੇ ਨਾਲ ਖਵਾਉਣਾ ਜਾਂ ਧੱਕੇ ਨਾਲ ਖਵਾਉਣਾ ਜੀ। ਜੇ ਮੈਨੂੰ ਲੱਗਦਾ ਹੀਰ ਸਾਹਿਬ ਜੇ ਕਿਤੇ ਫਲਾਈਟਾਂ ਚੱਲਦੀਆਂ ਹੁੰਦੀਆਂ ਨਾ, ਹਾਂਜੀ ਹਾਂਜੀ, ਅੱਜ ਨੂੰ ਗਾਹ ਪੈ ਜਾਣਾ ਸੀ ਦਿੱਲੀ ਦੇ 에ਅਰਪੋਰਟ ਦੇ ਉੱਤੇ। ਸਹੀ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਸਾਡੇ ਜਿਹੜੇ ਇੱਥੇ ਪ੍ਰਵਾਸੀ ਬੈਠੇ ਆ ਨਾ, ਹਾਂਜੀ ਹਾਂਜੀ, ਜੇ ਉਹ ਹੋਰ ਮਦਦ ਲਈ ਵੀ ਪਾਰਟੀਆਂ ਲਈ ਜਾ ਸਕਦੇ ਤਾਂ ਇਦਾਂ ਦੇ ਕਿਸਾਨ ਅੰਦੋਲਨ ਲਈ ਵੀ ਜਾ ਸਕਦੇ ਆ। ਬਿਲਕੁਲ ਜੀ, ਜਦੋਂ ਚੋਣਾਂ ਹੁੰਦੀਆਂ ਆਪਣੇ ਬਹੁਤ ਇੱਥੋਂ ਜਾਂਦੇ ਜਹਾਜ਼ ਭਰ ਕੇ ਜਾਂਦੇ ਆ। ਜਾਂਦੇ ਆ ਬਿਲਕੁਲ। ਸੋ ਭਾਈ ਅਸੀਂ ਵੀ ਕਿਸਾਨਾਂ ਦੇ ਨਾਲ ਆ। ਬਿਲਕੁਲ ਜੀ ਬਿਲਕੁਲ, ਸਾਡੀ ਪੂਰੀ ਸਪੋਰਟ ਆ, ਅਸੀਂ ਜਿੰਨਾ ਵੀ ਹੋ ਸਕਦਾ ਅਸੀਂ ਆਪਣੇ ਵੱਲੋਂ ਸਪੋਰਟ ਕਰ ਰਹੇ ਹਾਂ। ਅਗਲੇ ਹਫਤੇ ਦੇ ਵਿੱਚ ਹੀਰ ਸਾਹਿਬ ਸਾਡੀ ਕੋਸ਼ਿਸ਼ ਆ ਵੀ ਅਸੀਂ ਉੱਥੋਂ ਜਿਹੜੇ ਨੁਮਾਇੰਦੇ ਆ ਪਾਰਟੀਆਂ ਦੇ, ਠੀਕ ਹੈ ਜੀ, ਉਹਨਾਂ ਨਾਲ ਵੀ ਡਾਇਰੈਕਟ ਗੱਲ ਕਰਾਂਗੇ। ਕੁਝ ਬੰਦਿਆਂ ਨਾਲ ਸਾਡੀ ਗੱਲਬਾਤ ਹੋਈ ਵੀ ਆ ਹਾਂਜੀ ਹਾਂਜੀ, ਤੇ ਕੁਝ ਬੰਦਿਆਂ ਨੂੰ ਅਸੀਂ ਉੱਥੇ ਭੇਜ ਵੀ ਰਹੇ ਆ। ਠੀਕ ਹੈ ਜੀ, ਠੀਕ ਆ ਜੀ, ਕਿਉਂਕਿ ਸੰਘਰਸ਼ ਹੋਣਾ ਇਸ ਵੇਲੇ ਪੂਰਾ
ਕਹਿ ਸਕਦੇ ਆ ਭਖਿਆ ਮਗਿਆ ਜੀ। ਮਗਿਆ ਪਿਆ ਹਾਂਜੀ, ਆ ਹਾਂਜੀ, ਹਾਂਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਿਰ ਅਪਡੇਟ ਫਿਰ ਦਿੰਦੇ ਰਹਾਂਗੇ। ਠੀਕ ਹੈ ਜੀ। ਠੀਕ ਹੈ ਜੀ। ਤੇ ਧਾਮੀ ਸਾਹਿਬ ਅੰਨਾ ਹਜ਼ਾਰੇ ਉਹਨਾਂ ਨੇ ਵੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਵੀ ਜੇ ਨਾ ਮੰਗਾ ਮੰਨੀਆਂ ਤਾਂ ਜਨ ਅੰਦੋਲਨ ਕਰਾਂਗੇ ਜੀ। ਬਿਲਕੁਲ ਜੀ, ਦੇਖੋ ਪੁਰਾਣੇ ਬੰਦੇ ਆ, 83 84 ਸਾਲ ਦੀ ਉਮਰ ਹੋ ਚੁੱਕੀ ਆ ਉਹਨਾਂ ਦੀ, ਹਾਂਜੀ। ਤਜਰਬਾ ਬਹੁਤ ਆ ਹਾਂਜੀ ਰਾਜਨੀਤੀ ਦਾ, ਰਾਈਟ। ਠੀਕ ਹੈ ਜੀ। ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਦੇਖੀ ਆ ਵੀ ਹੁਣ ਦੇਰ ਆਏ ਦਰੁਸਤ ਆਏ ਵਾਲੀ ਗੱਲ ਲਾ ਲਓ ਹਾਂਜੀ। ਵੀ ਤਜਰਬੇਕਾਰ ਬੰਦਾ ਬਹੁਤ ਲੇਟ ਬੋਲ ਰਿਹਾ। ਹਾਂਜੀ ਹਾਂਜੀ ਉਹ ਕਹਿੰਦੇ ਵੀ ਹੁਣ ਲੋੜ ਪਈ ਤਾਂ ਅਸੀਂ ਜਨ ਅੰਦੋਲਨ ਕਰਾਂਗੇ। ਠੀਕ ਹੈ ਜੀ। ਲੇਕਿਨ ਇੱਕ ਵਾਰੀ ਦੀ ਉਹਨੇ ਉਦਾਹਰਨ ਦਿੱਤੀ ਵੀ ਕਾਂਗਰਸ ਦੀ ਤਤਕਾਲੀ ਸਰਕਾਰ ਸੀਗੀ ਹਾਂਜੀ ਹਾਂਜੀ ਤੇ ਉਦੋਂ ਵੀ ਇਦਾਂ ਦਾ ਮਾਹੌਲ ਬਣਿਆ ਸੀਗਾ। ਠੀਕ ਹੈ ਜੀ। ਤੇ ਲੇਕਿਨ ਉਦੋਂ ਵੀ ਸਾਨੂੰ ਅੰਦੋਲਨ ਛੇੜਨਾ ਪਿਆ ਸੀਗਾ, ਅਸੀਂ ਧਰਨਿਆਂ ਤੇ ਬਹਿ ਗਏ ਸੀਗੇ, ਭੁੱਖ ਹੜਤਾਲਾਂ ਵੀ ਰੱਖੀਆਂ। ਉਹ ਕਹਿੰਦੇ ਹੁਣ ਵੀ ਮੈਂ ਇੱਕ ਦਿਨ ਭੁੱਖ ਹੜਤਾਲ ਰੱਖੀ ਆ। ਠੀਕ ਹੈ ਠੀਕ ਆ ਜੀ। ਤੇ ਹੁਣ ਦੇਖੋ ਵੀ ਹਰ ਬੰਦਾ, ਬਜ਼ੁਰਗ ਕੀ ਬੱਚਾ ਕੀ, ਇਸ ਚੀਜ਼ ਨੂੰ ਲੈ ਕੇ ਇਸ ਲਈ ਚਿੰਤਾ ਦੇ ਵਿੱਚ ਵਾ ਤੇ ਤਾਂ ਹੀ ਇਹੋ ਜਿਹਾ ਕਦਮ ਗਾਂ ਪੱਟ ਹੋ ਰਹੇ ਆ। ਤੇ ਅੰਨਾ ਹਜ਼ਾਰਾ ਜੀ ਵੀ ਜੇ ਪਹੁੰਚ ਗਏ ਭਾਜੀ ਧਰਨੇ ਦੇ ਵਿੱਚ ਤਾਂ ਫਿਰ ਤਾਂ ਬੱਲੇ ਬੱਲੇ ਹੋ ਜਾਣੀ। ਆਓ ਫਿਰ ਉਹਨਾਂ ਤੇ ਜੰਤਰ ਮੰਤਰ ਤੇ ਬਹਿ ਜਾਣਾ ਜੀ। ਜਾਂ ਉਹ ਤਾਂ ਫਿਰ ਜੰਤਰ ਮੰਤਰ ਪੜਨਗੇ ਤਾਂ ਫਿਰ ਲੋਕਾਂ ਨੂੰ ਫਿਰ ਦੇਖੋ ਫਿਰ ਕਿੱਧਰ ਨੂੰ ਭਜਾਉਂਦੇ ਆ, ਕਿਉਂਕਿ ਸਰਕਾਰ ਮੰਨੂਗੀ ਜੀ ਹੁਣ ਤਾਂ ਆਉਣ ਵਾਲੇ ਦਿਨਾਂ। ਮੰਨਣਾ ਪੈਣਾ ਧਾਮੀ ਸਾਹਿਬ। ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਇਹਨਾਂ ਨੂੰ ਪਹਿਲੇ ਬਹੁਤ ਚਿਰ ਪਹਿਲਾਂ ਮੰਨ ਲੈਣੀ ਚਾਹੀਦੀ ਸੀ, ਹਾਂਜੀ। ਪਰ ਹੁਣ ਸਿਰ ਸੁਆਹ ਪਾ ਕੇ ਮੰਨਣੀ ਆ, ਪਹਿਲੇ ਮੰਨ ਲਓ। ਮਾੜੀ ਗੱਲ ਆ ਵੈਸੇ ਤਾਂ। ਹਾਂਜੀ। ਇੱਕ ਹੀ ਸਭ ਹੋਰ ਮੈਂ ਗੱਲ ਆ ਕਰਨੀ, ਜਿਹੜੇ ਸਾਨੂੰ ਆਨਲਾਈਨ ਇਸ ਲਈ ਦੇਖ ਰਹੇ ਆ ਫੇਸਬੁੱਕ ਤੇ ਜਾਂ ਚੈਨਲ ਤੇ, ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ। ਬਿਲਕੁਲ ਜੀ ਬਿਲਕੁਲ। ਕਿਉਂਕਿ ਸਾਡਾ ਹੁਣ ਇੱਕ ਪੂਰਾ ਇਹ ਟਾਈਮ ਜਿਹੜਾ ਫਿਕਸ ਹੋ ਚੁੱਕਿਆ। ਹਾਂਜੀ ਹਾਂਜੀ ਅਸੀਂ ਸ਼ਾਮ ਨੂੰ ਹਰ ਮੰਡੇ ਤੋਂ ਫਰਾਈਡੇ ਹਾਂਜੀ ਹਾਂਜੀ ਹਰ ਦਿਨ ਅਸੀਂ 8 ਵਜੇ ਤੋਂ ਲਾਈਵ ਹੁੰਨੇ ਆ। ਹਾਂਜੀ ਉਹ ਗੱਲ ਸਾਡੀ ਅੱਧੇ ਘੰਟੇ ਦੀ ਵੀ ਹੁੰਦੀ ਆ, 40 ਮਿੰਟ ਦੀ ਵੀ ਹੁੰਦੀ ਆ, ਜਾਣੀ ਕਿ ਜਿੱਦਾਂ ਆਪਾਂ ਕਹਿੰਦੇ ਹਲਕੀ Depend ਕਰਦਾ ਜੀ। ਡਿਪੈਂਡ ਕਰਦਾ ਵੀ ਸਾਡੇ ਕੋਲ ਮਸਾਲਾ ਕਿੰਨਾ ਕੁ ਆ। ਠੀਕ ਹੈ ਨਾ ਜੀ। ਇਸ ਕਰਕੇ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਕਈ ਵਾਰੀ ਕਈਆਂ ਦਾ ਨਾਂ ਨਹੀਂ ਲਿਆ ਹੁੰਦਾ ਤੇ ਬਾਅਦ ਦੇ ਵਿੱਚ ਅਸੀਂ ਉਹ ਚੀਜ਼ਾਂ ਨੂੰ ਅਸੀਂ ਲਾਈਕ ਕਰਦੇ ਹਾਂ ਵੀ ਭਾਈ ਤੁਸੀਂ ਵੀ ਦੇਖਿਆ, ਤੁਸੀਂ ਹਾਂਜੀ, ਵੀ ਹਾਂਜੀ, ਦੇਖਿਆ ਨਾ। ਹਾਂਜੀ, ਹਾਂਜੀ। ਤੇ ਜੇ ਕੋਈ ਤੁਸੀਂ ਕਿਸੇ ਤਰ੍ਹਾਂ ਦਾ ਸਵਾਲ ਤੇ ਟਿੱਪਣੀ ਕਰਨੀ ਚਾਹੁੰਦੇ ਆ ਤਾਂ ਤੁਸੀਂ ਮੇਰੇ ਨੰਬਰ ਤੇ 403 472 3000 ਤੇ ਟੈਕਸਟ ਮੈਸੇਜ ਕਰਕੇ ਉਹ ਤੇ ਟਿੱਪਣੀ ਕਰ ਸਕਦੇ। ਅਸੀਂ ਤੁਹਾਡੀ ਅਨਾਉਂਸਮੈਂਟ ਜ਼ਰੂਰ ਕਰਾਂਗੇ, ਤੁਹਾਡਾ ਨਾਂ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਚੀਜ਼ ਬਾਰੇ। ਬਿਲਕੁਲ ਠੀਕ ਹੈ ਜੀ। ਜੀ। ਤੇ ਧਾਮੀ ਸਾਹਿਬ ਖੱਟੜ ਸਰਕਾਰ ਨੂੰ ਦੁਸ਼ਯੰਤ ਚੌਟਾਲਾ ਹੋਣਾ ਵੀ ਚੇਤਾਵਨੀ ਦਿੱਤੀ ਵੀ ਜੇ ਇਹ ਉਹਨਾਂ ਦੇ MSP ਨਾ ਦਵਾ ਸਕੇ ਤਾਂ ਅਸਤੀਫਾ ਦੇਣਾ। ਇਹ ਜਿਹੜੇ ਜੀ ਦੁਸ਼ਯੰਤ ਚੌਟਾਲਾ ਸਾਹਿਬ ਜੀ ਆ, ਇਹ ਚੌਟਾਲਾ ਸਾਹਿਬ ਦੇ ਪੋਤਾ ਜੀ ਆ। ਠੀਕ ਹੈ ਜੀ। ਤੇ ਇਸ ਲਈ ਜਿਹੜੀ ਹਰਿਆਣੇ ਦੀ ਸਰਕਾਰ ਆ, ਖੱਟੜ ਸਰਕਾਰ ਵੱਜਦੀ ਆ ਹਾਂਜੀ ਹਾਂਜੀ ਤੇ ਉਹਦੇ ਵਿੱਚ ਉਪ ਮੁੱਖ ਮੰਤਰੀ ਆ। ਠੀਕ ਹੈ ਜੀ। ਤੇ ਆਪਾਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਵੀ ਪਟਾਕੇ ਬਹਿਣਗੇ। ਹਾਂਜੀ ਹਾਂਜੀ ਇਹ ਸ਼ੁਰੂ ਹੋ ਗਿਆ। ਠੀਕ ਹੈ ਜੀ। ਇਹ ਹੁਣ ਇਹ ਹਲੇ ਫੁੱਲ ਚੜੀ ਚਲਾਈ। ਪਿਛਲੇ ਦਿਨੀ ਇੱਕ ਕਵਿਤਾ ਪੜ੍ਹੀ ਸੁਣਨੀ ਮਿਲੀ ਸੀਗੀ ਵੀ ਬਾਦਲ ਬੜਾ ਖਿਡਾਰੀ ਹੈ ਨਾ। ਹਾਂਜੀ, ਹਾਂਜੀ, ਕੈਲਗਰੀ ਦਾ ਸੀ ਉਹਨੇ ਹਾਂਜੀ, ਹਾਂਜੀ। ਲਿਖਿਆ ਸੀਗਾ। ਤੇ ਇਹ ਹੁਣ ਬਾਦਲ ਹੁਣੀ ਖਿਡਾਰੀ ਵੀ ਹੈਗੇ, ਇੱਥੋਂ ਪਤਾ ਲੱਗਦਾ ਵੀ ਵਾਕਿਆ ਖਿਡਾਰੀ ਆ। ਕਿਉਂਕਿ ਚੌਟਾਲਾ ਸਾਹਿਬ ਬਾਦਲ ਤੋਂ ਬਾਹਰ ਨਹੀਂ, ਹਾਂਜੀ, ਹਾਂਜੀ। ਉਹ ਉਹਨਾਂ ਤੋਂ ਬਾਹਰ ਨਹੀਂ। ਬਿਲਕੁਲ ਉਹਨਾਂ ਕਿਹਾ ਵੀ ਜੇ MSP ਸਰਕਾਰ ਨਹੀਂ ਦਿੰਦੀ ਹਾਂਜੀ ਹਾਂਜੀ ਤੇ ਅਸੀਂ ਆਪਣਾ ਸਮਰਥਨ ਵਾਪਸ ਲੈ ਲਾਂਗੇ। ਠੀਕ ਹੈ ਜੀ। ਉਹਨਾਂ ਦੀ ਜਿਹੜੀ ਪਾਰਟੀ ਆ ਜੀ ਉਹ ਹੈਗੀ ਆ ਜਨ ਨਾਇਕ ਜਨਤਾ, ਹਾਂਜੀ ਹਾਂਜੀ ਜਿਹੜੀ ਸ਼ਕਤੀ ਆ ਨਾ ਹਾਂਜੀ ਹਾਂਜੀ ਪਾਰਟੀ ਆ, ਉਹ ਉਹਨਾਂ ਦੀ ਪਾਰਟੀ ਆ। ਤੇ ਮੈਨੂੰ ਲੱਗਦਾ ਵੀ ਹੁਣ ਹਰਿਆਣੇ ਦੇ ਵਿੱਚ ਦੁਬਾਰਾ ਇਲੈਕਸ਼ਨ ਦਾ ਬਿਗਲ ਵੱਜ ਜਾਣਾ ਸੰਘਰਸ਼ ਦੇ ਦੌਰਾਨ ਤੇ ਸਰਕਾਰ ਨਹੀਂ ਬਣਨੀ ਮੁੜ ਕੇ BJP ਦੀ ਭਾਜੀ, ਮੈਨੂੰ ਲੱਗਦਾ, ਬਾਕੀ ਪਤਾ ਨਹੀਂ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਕਿਉਂਕਿ ਜਿੰਨੀ ਕਿ ਜਨਤਾ ਦੁਖੀ ਆ, ਹਾਂ। ਸਾਰਾ ਕਿਸਾਨ ਜਿਹੜਾ ਆ ਉੱਥੇ ਪੂਰਾ ਹੁਣ ਤਾਂ ਬੇਸਿਕਲੀ ਪੰਜਾਬ ਹਰਿਆਣਾ ਸਾਰਾ ਹੀ ਪੂਰੇ ਦਾ ਪੂਰਾ ਹੀ ਇਹਨਾਂ ਦੇ ਅਗੇਂਸਟ ਹੈ ਜੀ। ਹਾਂਜੀ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿਹੜੇ ਕਿ 5 ਵਾਰੀ ਮੁੱਖ ਮੰਤਰੀ ਬਣ ਚੁੱਕੇ ਆ, ਹਾਂਜੀ ਹਾਂਜੀ ਸਾਬਕਾ ਮੁੱਖ ਮੰਤਰੀ ਹੋਣਾ ਨੇ ਆਪਣਾ ਪੁਰਸਕਾਰ ਵਾਪਸ ਕੀਤਾ ਸੀ। ਬੜੇ ਕਿੰਤੂ ਪਰੰਤੂ ਉਸ ਗੱਲਾਂ ਤੇ ਹੋਏ ਹਨਾ ਹਾਂਜੀ, ਜੀ ਹਾਂਜੀ। ਵੀ ਆ ਵੀ ਵਾਰਡ ਦੇਣਾ ਵਾਪਸ ਚਾਹੀਦਾ, ਆ ਵੀ ਦੇਣਾ ਚਾਹੀਦਾ। ਚਲੋ ਹਾਂਜੀ। ਜਿਹੜਾ ਉਹਨਾਂ ਨੇ ਦਿੱਤਾ ਉਹ ਤਾਂ ਚਲੋ ਬੱਲੇ ਬੱਲੇ ਹੋ ਗਏ। ਹਾਂਜੀ, ਹਾਂਜੀ। ਉਸ ਤੋਂ ਬਾਅਦ ਹੋਰ ਵੀ ਹੋਏ, ਲੇਕਿਨ ਉਦਣੀ ਲੋਕਾਂ ਨੇ ਕਿਆ ਸੁਣਾਈਆਂ ਸ਼ੁਰੂ ਕਰ ਦਿੱਤੀਆਂ ਸੀ ਵੀ ਬਾਦਲ ਸਾਹਿਬ ਹੁਣ ਕੋਈ ਨਵੀਂ ਖੇਡ ਖੇਡਣਗੇ। ਹਾਂਜੀ ਹਾਂਜੀ ਠੀਕ ਹੈ ਜੀ। ਉਹ ਹੁਣ ਖੇਡਣੀ ਮੈਨੂੰ ਲੱਗਦਾ ਸ਼ੁਰੂ ਹੋ ਗਈ ਆ। ਪਹਿਲਾ ਤੀਰ ਛੱਡਤਾ ਜੀ ਉਹਨੇ ਬਿਲਕੁਲ ਜੀ। ਨਿਸ਼ਾਨੇ ਵੱਲ ਨੂੰ। ਜਿਹੜਾ ਇਹ ਕੀਤਾ ਉਹਨਾਂ ਨੇ ਐਲਾਨ, ਹਾਂਜੀ ਹਾਂਜੀ ਇਹ ਐਵੇਂ ਨਹੀਂ ਹੋਇਆ ਹੋਊਗਾ, ਕਿਸੇ ਵਜ੍ਹਾ ਨਾਲ ਹੀ ਹੋਇਆ। ਬਿਲਕੁਲ ਜੀ ਬਿਲਕੁਲ। ਕੱਲ ਉਹਨਾਂ ਨੇ ਸਟੇਟਮੈਂਟ ਹੋਰ ਦਿੱਤੀ ਸੀ, ਅੱਜ ਹੋਰ ਆ ਰਹੀ ਹੈ। ਸਮਝ ਲਓ ਵੀ ਦੇਖੋ ਧਾਮੀ ਸਾਹਿਬ ਹਰ ਜਿਹੜੀ ਪਾਰਟੀ ਹੈ ਨਾ ਹਾਂਜੀ ਉਹ ਆਪਣਾ ਲੋਕਾਂ 'ਚ ਜਿਹੜਾ ਹੈਗਾ ਮਿਆਰ ਉੱਚਾ ਚੁੱਕਣਾ ਚਾਹੁੰਦੀ, ਆਪਣੇ ਨੰਬਰ ਬਣਾਉਣਾ ਚਾਹੁੰਦੀ, ਕਹ ਲਓ, ਜਾਂ ਤੁਸੀਂ ਹਾਂਜੀ, ਲੋਕਾਂ ਨੂੰ ਦੱਸਣਾ ਚਾਹੁੰਦੀ ਹੈ ਵੀ ਅਸੀਂ ਬਿਲਕੁਲ। ਕਿਸਾਨਾਂ ਦੇ ਹੱਕ 'ਚ ਹਾਂ। ਬਿਲਕੁਲ ਜੀ ਤੇ ਬਿਲਕੁਲ। ਇਹ ਪਾਰਟੀ ਜਿਹੜੀ ਜਨਤਾ ਪਾਰਟੀ ਇਹ ਵੀ ਬਣੀ ਤਾਂ ਇਹ ਵੀ ਹਾਲੇ ਥੋੜਾ ਚਿਰ ਹੀ ਹੋਇਆ, ਹਾਂ ਪਰ ਥੋੜੇ ਚਿਰ 'ਚ ਹੀ ਇਹਨਾਂ ਨੇ ਇੰਨਾ ਕੁ ਆਪਣੀਆਂ ਕਾਫੀ ਸੀਟਾਂ ਲੈ ਗਏ, ਹਾਂ ਬਿਲਕੁਲ। ਇਹਨਾਂ ਦੀ ਸਪੋਰਟ ਨਾਲ ਹੀ ਸਰਕਾਰ ਬਣੀ ਹੈ। ਬਿਲਕੁਲ ਜੀ ਬਿਲਕੁਲ। ਤਾਂ ਹੁਣ ਮੈਨੂੰ ਲੱਗਦਾ ਇਹ ਹੁੰਜਾ ਫੇਰਨ ਤੇ ਆ ਵੀ ਐਤਕੀ ਖੱਟਰ ਸਾਹਿਬ ਦਾ ਹੁੰਜਾ ਫੇਰ ਦੇਣਾ ਜੀ। ਬਿਲਕੁਲ ਜੀ ਬਿਲਕੁਲ। ਇਹ ਚੀਜ਼ ਨੂੰ ਦੇਖ ਕੇ ਮੈਨੂੰ ਵੀ ਹੁਣ ਲੱਗਦਾ ਵੀ ਹਰਿਆਣੇ ਦੇ ਵਿੱਚ ਦੁਬਾਰਾ ਫੇਰ ਰੌਣਕਾਂ ਲੱਗਣਗੀਆਂ ਤੇ ਕਿਸਾਨਾਂ ਦੇ ਹਰੇ ਝੰਡੇ ਨਜ਼ਰ ਆਉਣਗੇ। ਬਿਲਕੁਲ ਬਿਲਕੁਲ ਐਤਕੀ ਤਾਂ ਫॉर श्योर ਹਰੇ ਝੰਡੇ ਬਿਲਕੁਲ ਹਾਂ, ਕਿਉਂਕਿ ਸੰਘਰਸ਼ ਬਹੁਤ ਲੰਬਾ ਚੱਲਣਾ। ਹਾਂਜੀ ਹਾਂਜੀ
ਹਜੇ ਲੰਬਾ ਹੀ ਚੱਲੂਗਾ। ਜੇ ਹਾਲੇ ਵੀ ਨਹੀਂ ਮੰਨਦੇ ਤਾਂ ਉਹ ਤਾਂ ਲੰਬਾ ਚੱਲਣਾ ਹੀ ਚੱਲਣਾ ਜੀ। ਜੀ ਭਾਜੀ। ਤੇ ਤਾਂ ਸਾਹਿਬ ਕੈਨੇਡਾ ਦੇ ਵਿੱਚ ਭਾਰਤੀ ਦੂਤਾਵਾਸ ਨੂੰ ਘੇਰਾਂਗੇ, ਭਾਰਤੀ ਨੌਜਵਾਨ ਕਿਸਾਨ ਏਕਤਾ ਜਿਹੜਾ ਹੈਗਾ ਸੰਗਠਨ ਹੈ ਉਹਨਾਂ ਨੇ ਚੇਤਾਵਨੀ ਦਿੱਤੀ। ਬਿਲਕੁਲ ਜੀ, ਭਾਰਤੀ ਨੌਜਵਾਨ ਕਿਸਾਨ ਏਕਤਾ ਟੋਰਾਂਟੋ ਅਤੇ ਹੋਰ ਜਥੇਬੰਦੀਆਂ ਵੱਲੋਂ ਕੱਲ ਨੂੰ ਠੀਕ ਹੈ 12 ਤਰੀਕ ਨੂੰ ਸਵੇਰੇ ਤੇ ਇੱਕ ਜਸਟਿਸ ਫਾਰ ਫਾਰਮਰਸ ਰੈਲੀ ਕੱਢੀ ਜਾ ਰਹੀ ਆ। ਠੀਕ ਹੈ ਜੀ। ਤੇ ਉਹ ਕਹਿੰਦੇ ਵੀ ਜਿਹੜਾ ਭਾਰਤੀ ਦੂਤ ਘਰ ਆ ਉਹਦਾ ਅਸੀਂ ਘਰਾਓ ਕਰਾਂਗੇ। ਠੀਕ ਹੈ ਜੀ। ਠੀਕ ਹੈ ਜੀ। ਹੁਣ ਇਹ ਆ ਵੀ ਕੱਲ ਨੂੰ ਇਕੱਠ ਕਿੰਨਾ ਕੁ ਹੁੰਦਾ ਆ, ਹਾਂਜੀ ਹਾਂਜੀ, ਕਿਹੋ ਜਿਹਾ ਰਿਜ਼ਲਟ ਆਉਂਦਾ ਆ, ਇਹ ਬਾਅਦ ਦੀ ਗੱਲ ਆ। ਠੀਕ ਹੈ। ਕਿਉਂਕਿ ਇਹ 12 ਵਜੇ ਪੈਦਲ ਜਿਹੜੀ ਆ ਜਿਹੜੀ ਯਾਤਰਾ ਰੈਲੀ ਵਾਲੀ ਸ਼ੁਰੂ ਕਰ ਦੇਣੀ ਉਹਨਾਂ ਨੇ। ਠੀਕ ਹੈ। ਤੇ ਉਹ ਤੋਂ ਬਾਅਦ ਹੁਣ ਕਿੰਨੇ ਵਜੇ ਉੱਥੇ ਪਹੁੰਚਦੇ ਆ, ਉਹ ਤੋਂ ਬਾਅਦ ਉੱਥੇ ਜਾ ਕੇ ਐਮਬੈਸੀ ਦਾ ਘਰਾਓ ਕਰਨਗੇ। ਠੀਕ ਹੈ ਜੀ। ਤੇ ਨਾਲੇ ਫਿਰ ਉੱਥੇ ਨਾਅਰੇਬਾਜ਼ੀ ਚੱਲੂਗੀ, ਨਾਲੇ ਫਿਰ ਸਪੀਚਾਂ ਹੋਣਗੀਆਂ। ਠੀਕ ਹੈ ਜੀ। ਪਰ ਹੀਰ ਸਾਹਿਬ ਇੱਕ ਚੀਜ਼ ਮੈਨੂੰ ਦੇਖਣ 'ਚ ਇਹ ਆਈ ਆ ਵੀ ਜੇ ਇੰਨੀ ਇੱਥੇ ਇੰਨਾ ਅੰਦੋਲਨ ਸਾਡੇ ਭਖ ਰਿਹਾ ਆ, ਕਰ ਰਹੇ ਆ, ਤੇ ਪੰਜਾਬ ਦੇ ਵਿੱਚ ਤਾਂ ਫਿਰ ਇਸ ਲਈ ਬਹੁਤ ਜ਼ਿਆਦਾ ਹੋਇਆ ਪਿਆ। ਬਿਲਕੁਲ ਜੀ ਬਿਲਕੁਲ। ਜਿਹੜਾ ਉੱਥੇ ਤਾਂ ਹੁਣ ਮੈਂ ਦੇਖਿਆ ਜੀ ਹਰ ਨਿੱਕਾ ਬੱਚਾ, ਨੌਜਵਾਨ, ਬਜ਼ੁਰਗ, ਬੀਬੀ, ਜਿੰਨੇ ਵੀ ਸਾਡੀਆਂ ਮਾਤਾ ਭੈਣਾਂ ਉੱਥੇ ਆ, ਸਭ ਚੜ੍ਹਦੀ ਕਲਾ ਜਾਈ। ਬਿਲਕੁਲ ਕਈ ਚੀਜ਼ਾਂ ਸਾਹਮਣੇ ਆ ਰਹੀਆਂ ਉੱਥੇ ਜਿਹੜੀਆਂ ਦੇਖਣ ਨੂੰ ਆ ਬਈ ਕੁਝ ਬੰਦੇ ਪੰਜਾਬ ਨੂੰ ਮੁੜ ਜਾਂਦੇ ਆ, ਕੁਝ ਆ ਜਾਂਦੇ ਆ, ਕੋਈ ਨਵੀਆਂ ਚੀਜ਼ਾਂ ਆ ਜਾਂਦੀਆਂ, ਕੋਈ ਖਾਣ ਵਾਲੀਆਂ। ਇੱਕ ਹੋਰ ਚੀਜ਼ ਜਿਹੜੀ ਨਵੀਂ ਦੇਖਣ ਨੂੰ ਮਿਲੀ ਆ, ਹਾਂਜੀ, ਖਾਲਸਾ ਏਡ ਵਾਲਿਆਂ ਨੇ ਮਸਾਜ ਮਸ਼ੀਨਾਂ ਲਾਤੀਆਂ ਉੱਥੇ ਭਾਜੀ ਬਜ਼ੁਰਗਾਂ ਵਾਸਤੇ। ਦੈਟਸ ਪ੍ਰੀਟੀ ਗੁੱਡ, ਬਹੁਤ ਵਧੀਆ ਜੀ। ਠੀਕ ਹੈ ਜੀ, ਬਹੁਤ ਵੱਡਾ ਉਪਰਾਲਾ ਕੀਤਾ। ਹਾਂਜੀ ਹਾਂਜੀ, ਸਿਰ ਝੁਕਦਾ ਜੀ ਖਾਲਸਾ ਏਡ ਸਾਹਮਣੇ। ਬਿਲਕੁਲ ਜੀ ਬਿਲਕੁਲ। ਇੰਨੀ ਸੇਵਾ ਬਿਨਾਂ ਕਿਸੇ ਲਾਲਚ ਤੋਂ। ਹਾਂਜੀ, ਰਵੀ ਸਿੰਘ ਨੇ ਕੋਈ ਇਲੈਕਸ਼ਨ ਨਹੀਂ ਲੜਨੀ। ਹਾਂਜੀ ਹਾਂਜੀ, ਬਿਲਕੁਲ। ਨਾ ਉਹਨਾਂ ਕੋ ਚੇਅਰਮੈਨੀਆਂ ਲੈਣੀਆਂ। ਹਾਂਜੀ, ਪਰ ਇਹ ਆ ਵੀ ਮਹਾਰਾਜ ਤੰਦਰੁਸਤੀ ਦੇਵੇ ਇਹਨਾਂ ਨੂੰ, ਹਾਂਜੀ, ਲੰਬੀਆਂ ਉਮਰਾਂ ਹੋਣ, ਹਾਂਜੀ, ਜਿਹੜੀ ਕਿ ਬਿਨਾਂ ਕਿਸੇ ਲਾਲਚ ਤੋਂ, ਕਈ ਵਾਰੀ ਤਾਂ ਅਸੀਂ ਤਾਂ ਲਾਲਚ 'ਚ ਵੀ ਹੋ ਜਾਂਦੇ ਆ। ਹਾਂਜੀ ਹਾਂਜੀ, ਕਿਉਂਕਿ ਸਾਡਾ ਅਸੀਂ ਵੀ ਇਦਾਂ ਦੇ ਹੀ ਆ। ਬੰਦੇ ਤਾਂ ਕਿਸੇ ਦਾ ਸਵਾਰਥ ਹੋਵੇ ਉਹਦੇ ਨਾਲ ਜ਼ਿਆਦਾ ਜੁੜਦੇ ਆ, ਲਾਲਚ ਪਾਸੇ ਬੰਦਾ ਨਾ। ਤੇ ਅੱਜ ਜਿਹੜੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਾਡੇ ਜਾਂ ਵੀਡੀਓ ਦੇਖੀਆਂ, ਤੇ ਬਜ਼ੁਰਗ ਉੱਥੇ ਬੈਠੇ ਆ ਚੇਅਰਾਂ ਦੇ ਉੱਤੇ, ਤਾਂ ਮਸਾਜ ਮਸ਼ੀਨਾਂ ਦੇ ਉੱਤੇ, ਤੇ ਉਹ ਜਿਹੜੀਆਂ ਆਪਣੇ ਥੱਲੇ ਆ ਪਿੰਨੀਆਂ ਲੱਤਾਂ ਦੀਆਂ ਉਹ ਵਿੱਚ ਰੱਖੀਆਂ ਆ, ਤਾਂ ਉਹਨਾਂ ਨੂੰ ਮਸਾਜ ਹੋ ਰਹੀ ਆ। ਹਾਂ ਠੀਕ ਹੈ, ਜਿਹੜੀਆਂ ਇਲੈਕਟ੍ਰਿਕ ਮਸ਼ੀਨਾਂ ਭਾਜੀ। ਠੀਕ ਹੈ ਠੀਕ ਹੈ। ਤੇ ਬੜੀ ਮੈਂ ਦੇਖਿਆ ਵੀ ਹੁਣ ਕਿੱਥੇ ਇਹਨਾਂ ਨੇ ਬਜ਼ੁਰਗਾਂ ਨੇ ਪੰਜਾਬ ਨੂੰ ਮੋੜਨਾ, ਹੁਣ ਨਹੀਂ ਮੁੜਦੇ ਭਾਜੀ। ਹੁਣ ਤਾਂ ਉਹ ਕਹਿੰਦੇ ਵੀ ਹੁਣ ਇਹ ਵੀ ਸਹੂਲਤ ਜਿਹੜੀ ਮੇਨ ਸੀ ਵੀ ਥਕੇਮਾ ਹੁੰਦਾ, ਥੱਲੇ ਸੌਣਾ ਪੈਂਦਾ ਜਾਂ ਉੱਥੇ ਬਹਿਣਾ ਪੈਂਦਾ, ਹੁਣ ਉਹਦਾ ਵੀ ਹੱਲ ਲੱਭ ਲਿਆ। ਬਿਲਕੁਲ ਸਹੀ ਆ। ਪਰ ਧਾਮੀ ਸਾਹਿਬ ਫਿਰ ਵੀ ਜਿਹੜਾ ਅੰਦੋਲਨ ਆ ਉਹਨੂੰ ਅਸੀਂ ਜਿੱਦਾਂ ਮਰਜ਼ੀ ਕਹੀਏ ਵੀ ਅਸੀਂ ਉਹਨਾਂ ਲਈ ਚਾਹੇ ਮਸਾਜ ਮਸ਼ੀਨਾਂ ਚਲੇ ਗਈਆਂ, ਚਾਹੇ ਖਾਣਾ ਪਾਣੀ ਆ, ਪਰ ਫਿਰ ਵੀ ਅੰਦੋਲਨ ਤਾਂ ਅੰਦੋਲਨ ਹੀ ਆ ਜੀ। ਤੁਸੀਂ ਰੜੀ ਸੜਕ ਤੇ ਪੈਣਾ ਜਾਂ ਦਰੀ ਤੇ ਸੌਣਾ, ਇਹ ਇੰਨਾ ਵੀ ਸੌਖਾ ਨਹੀਂ ਧਾਮੀ ਸਾਹਿਬ। ਅਸੀਂ ਕਹਿ ਦਿੰਦੇ ਚਲੋ ਅਸੀਂ ਕੋਸ਼ਿਸ਼ ਤਾਂ ਉਹ ਕਰ ਰਹੇ ਸਾਰੇ, ਉਹਨਾਂ ਨੂੰ ਹਰ ਤਰ੍ਹਾਂ ਦਾ ਕੰਫਰਟ ਦੇਣ ਦੀ, ਗੱਦੇ ਪਹੁੰਚਾਉਣ ਦੀ, ਉਹਨਾਂ ਨੂੰ ਕੰਬਲ ਪਹੁੰਚਾਉਣ ਦੀ, ਪਰ ਫਿਰ ਵੀ ਸੰਗਠਨ ਜਿਹੜਾ ਧਰਨਾ ਦਾ ਧਰਨਾ ਹੀ ਹੈ ਜੀ। ਤੁਸੀਂ ਬਿਲਕੁਲ ਗੱਲਾਂ ਤੁਹਾਡੀਆਂ ਸੱਚੀਆਂ ਜੀ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ। ਪਰ ਸੰਘਰਸ਼ ਤੋਂ ਬਗੈਰ ਭਾਜੀ ਇਹ ਪ੍ਰਾਪਤੀਆਂ ਵੀ ਨਹੀਂ ਹੁੰਦੀਆਂ ਜੀ, ਇਹ 'ਚ ਕੋਈ ਸ਼ੱਕ ਨਹੀਂ। ਠੀਕ ਹੈ ਨਹੀਂ। ਹੁਣ ਜੇ ਮੈਂ ਹੀ ਆਪਣਾ ਸੋਚਾਂ ਵੀ ਮੈਂ ਤੁਹਾਡੇ ਮਿਹਨਤ ਤਾਲਾ ਕਰਕੇ ਨਾ ਭਾਜੀ ਇਦਾਂ ਦੀਆਂ ਖਬਰਾਂ ਪੁੱਛ ਲਿਓ ਜਿਹੜੀਆਂ ਮੈਨੂੰ ਯਾਦ ਰਹਿਣ, ਤੇ ਤੁਸੀਂ ਜੇ ਵਾਰੀ ਹੁਣ ਜੇ ਘੁਮਾ ਫਰਾ ਕੇ ਪੁੱਛ ਲਓ ਤੇ ਮੇਰਾ ਵੀ ਕੰਮ ਉਹੀ ਸੰਘਰਸ਼ ਵਾਲਾ ਹੀ ਹੋ ਜਾਊਗਾ। ਨਹੀਂ ਮੈਂ ਵੀ ਉਹ ਜੂਝ ਕੇ ਉਹਦਾ ਜਵਾਬ ਦਊਂਗਾ। ਨਹੀਂ, ਗੱਲ ਤੁਹਾਡੀ ਸਹੀ ਆ, ਪਰ ਉਹ ਜਿਹੜੀ ਉੱਥੇ ਆ ਦੇਖੋ ਇੱਕ 70-80 ਸਾਲ ਦੀ ਉਮਰ 'ਚ ਇੱਕ ਕੰਫਰਟ ਛੱਡ ਕੇ, ਆਪਣਾ ਘਰ-ਬਾਰ ਛੱਡ ਕੇ, ਤੇ ਤੁਸੀਂ ਭਾਜੀ ਸਿਰ ਝੁਕਦਾ ਬਜ਼ੁਰਗਾਂ ਅੱਗੇ। ਦੇਖੋ ਇੰਨੇ ਬਿਰਧ ਅਵਸਥਾ ਦੇ ਵਿੱਚ ਪਹੁੰਚ ਕੇ ਉੱਥੇ ਪਹੁੰਚੇ ਆ, ਸਵੇਰ ਨੂੰ ਇਸ਼ਨਾਨ ਕਰਨਾ, ਉੱਥੇ ਕਿੱਦਾਂ ਰੌਣਕਾਂ ਲੱਗੀਆਂ ਆ। ਹਾਂਜੀ ਹਾਂਜੀ, ਤੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ। ਬਿਲਕੁਲ ਜੀ ਬਿਲਕੁਲ। ਠੀਕ ਹੈ ਨਾ ਜੀ। ਇਸ ਕਰਕੇ ਮੈਨੂੰ ਹੌਸਲੇ ਬੁਲੰਦ ਹੈ ਜੀ ਉਹਨਾਂ ਦੇ। ਜਾਂ ਜਿੱਦਾਂ ਹੁਣ ਪਿਛਲੇ ਦਿਨੀ ਦਲਜੀਤ ਦੋਸਾਂਝ ਹੁਣਾਂ ਨੇ 1 ਕਰੋੜ ਤੇ 20 ਲੱਖ ਰੁਪਈਆ ਐਲਾਨ ਕੀਤਾ ਸੀ। 1 ਕਰੋੜ ਦਿੱਤਾ ਉੱਥੇ ਸੇਵਾ ਲਈ, ਜਿਹੜੀਆਂ ਚੀਜ਼ਾਂ ਦੀ ਲੋੜ ਆ ਖਾਣ ਪੀਣ ਦੀਆਂ ਜਾਂ ਹੋਰ ਲੋੜ ਆ ਉਹ, ਤੇ 20 ਲੱਖ ਉਹਨਾਂ ਨੇ ਰੁਪਈਆ ਐਲਾਨ ਕੀਤਾ ਸੀਗਾ ਜਿਹੜਾ ਆਪਣੇ ਅਕਾਲ ਚਲਾਣਾ ਕਰ ਗਏ ਸੰਘਰਸ਼ ਦੌਰਾਨ ਉਹਨਾਂ ਨੂੰ ਪਰਿਵਾਰਾਂ ਨੂੰ ਦੇਣ ਲਈ। ਠੀਕ ਹੈ ਜੀ ਭਾਜੀ, ਇਹ ਵੀ ਮਹਾਰਾਜ ਹੀ ਕਰਾਉਣ ਵਾਲਾ। ਬਿਲਕੁਲ ਜੀ ਬਿਲਕੁਲ। ਆਮ ਨਹੀਂ ਤਾਂ ਆਪਾਂ ਤੁਸੀਂ ਇਹ ਦੇਖੋ ਧਾਮੀ ਸਾਹਿਬ, ਉੱਥੇ ਕਿਸੇ ਕੋਲ ਆਪਾਂ ਇੱਥੇ ਜਾਂ ਉੱਥੇ ਦੇਖੀਏ ਟਾਈਮ ਹੀ ਹੈ ਨਹੀਂ। ਹੁਣ ਹੈ ਨਹੀਂ ਭਾਜੀ, ਟਾਈਮ ਹੈ ਨਹੀਂ। ਇਹ ਬੜੇ ਜਿੱਦਾਂ ਬੜੇ ਵੱਡਾ ਉਪਰਾਲਾ, ਬੜਾ ਵੱਡਾ ਹੈ ਜਿਹੜਾ ਯੂਥ, ਬੱਚੇ, ਬਜ਼ੁਰਗ ਸਾਡੇ ਸਾਰੇ ਹੀ ਹਾਂਜੀ ਉੱਥੇ ਇਕਜੁੱਟ ਹੋ ਕੇ ਤਾਂ ਸਰਕਾਰ ਦੇ ਖਿਲਾਫ ਖੜੇ ਆ। ਬਿਲਕੁਲ, ਮੋਢੇ ਨਾਲ ਮੋਢਾ ਜੋੜ। ਹਾਂਜੀ ਹਾਂਜੀ ਭਾਜੀ, ਬਿਲਕੁਲ। ਤੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਬਹੁਤ ਜਲਦੀ ਇਹ ਸਫਲਤਾ ਪ੍ਰਾਪਤ ਕਰਨ। ਹਾਂਜੀ, ਸਾਡੀ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਤੰਦਰੁਸਤੀ ਤੇ ਉਹਨਾਂ ਨੂੰ ਜਿਹੜਾ ਹੈਗਾ ਹੌਸਲਾ ਇਦਾਂ ਉਹਨਾਂ ਦਾ ਕਾਇਮ ਰੱਖੇ ਜੀ। ਹਾਂ ਬਿਲਕੁਲ ਭਾਜੀ। ਤੇ ਹੁਣ ਗੱਲ ਕਰਦੇ ਹਾਂ ਭਾਜੀ ਵੀ ਅਮਰੀਕਾ ਦੇ ਵਿੱਚ 2 ਪੰਜਾਬੀ ਜਿਹੜੇ ਆ ਉਹ ਟਰੱਕ ਡਰਾਈਵਰ
ਹਾਂਜੀ 1.5 ਮਿਲੀਅਨ ਦੀ ਜਿਹੜੀ ਆ ਉਹ ਡਰੱਗ ਨਾਲ ਗ੍ਰਿਫਤਾਰ ਕੀਤੇ ਜੀ। ਹਾਂਜੀ 1.5 ਮਿਲੀਅਨ ਤੋਂ 2 ਮਿਲੀਅਨ ਦੇ ਕਰੀਬ ਉਹਨਾਂ ਨੇ ਉਹ ਦੱਸਿਆ ਜੀ ਕੋਕੀਨ ਦਾ। ਹਾਂਜੀ ਤੇ ਪੰਜਾਬੀ ਸਾਡੇ ਭਾਜੀ ਕਿਸੇ ਪਾਸੇ ਵੀ ਪਿੱਛੇ ਨਹੀਂ ਰਹਿੰਦੇ, ਭਾਵੇਂ ਜੋ ਮਰਜ਼ੀ ਹੋਵੇ। ਮੈਂ ਦੇਖਿਆ ਹਰ ਪਾਸੇ ਚੜ੍ਹਦੀ ਕਲਾ 'ਚ ਹੀ ਆ, ਕਹਿ ਸਕਦੇ ਆ ਇਹੀ ਗੱਲ ਵੀ ਕੋਈ ਚੰਗਾ ਕੰਮ ਹੋਵੇ ਤਾਂ ਵੀ ਇਹ ਇਦਾਂ ਦਾ ਕੋਈ ਚੰਗਾ ਕੰਮ ਤਾਂ ਵੀ ਨਾ ਇਹਨਾਂ ਦਾ ਮੋਹਰੇ ਆ ਜਾਂਦਾ, ਦੇਖਿਆ ਮੈਂ। ਇਹ ਤਾਂ ਤੇ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਜੀ, ਕਰ ਲਿਆ ਕੰਮ ਹਨਾ। ਤੇ ਦੋਨੇ ਪੰਜਾਬੀ ਆ, ਉਮਰ ਵੀ ਕੁਛ ਨਹੀਂ, 32 ਤੇ 37 ਸਾਲ ਦੀ ਉਮਰ ਆ। ਤੇ ਨਾ ਆਪਾਂ ਨਹੀਂ ਦੱਸਾਂਗੇ, ਨਹੀਂ ਨਾ ਤਾਂ ਚਲੋ ਆਪਾਂ ਨੂੰ, ਕਿਉਂਕਿ ਭਾਵੇਂ ਮੀਡੀਆ ਦੇ ਵਿੱਚ ਨਾਂ ਨਸ਼ਰ ਹੋ ਚੁੱਕੇ ਆ, ਹਾਂਜੀ ਹਾਂਜੀ, ਪਰ ਅਸੀਂ ਨਹੀਂ ਚਾਹੁੰਦੇ ਵੀ ਸਾਡੀ ਜੇ ਬਦਨਾਮੀ ਹੋਵੇ ਤਾਂ ਇੰਨੀ ਕਿ ਨਾ ਹੋਵੇ ਵੀ ਅਸੀਂ ਦੱਸ ਦਈਏ ਵੀ ਉਹ ਸਿੰਘ ਵੀ ਆ ਨਾਲ ਹਾਂਜੀ ਹਾਂਜੀ ਪੀਲੇ ਪਾਸੇ, ਠੀਕ ਹੈ ਨਾ। ਨਹੀਂ ਚਲੋ ਹੁਣ ਫਲਾਣਾ ਸਿੰਘ ਨਾ ਜਦੋਂ ਸਿੰਘ ਆ ਜਾਂਦਾ ਨਾ, ਉਹ ਚੀਜ਼ਾਂ ਨੂੰ ਭਾਜੀ ਫਿਰ ਥੋੜਾ ਜਿਹਾ ਮਹਿਸੂਸ ਲੱਗਦਾ। ਦੇਖੋ ਅਸੀਂ ਜਿੰਨਾ ਕੁ ਗਾਂ ਨੂੰ ਜਾਂਦੇ ਆ ਉਹਨਾਂ ਕੁ ਅਸੀਂ ਕਿਤੇ ਨਾ ਕਿਤੇ ਆਪਣਾ ਇਧਰ ਨੂੰ ਵੀ ਜਿਹੜਾ ਹੈਗਾ ਪਿੱਛੇ ਨੂੰ ਵੀ ਖਿੱਚੀ ਜਾਂਦੇ ਆ। ਬਿਲਕੁਲ ਭਾਜੀ, ਪਰ ਇਹ ਚੀਜ਼ਾਂ ਨੂੰ ਮੈਨੂੰ ਇਦਾਂ ਲੱਗਦਾ ਵੀ ਹੁਣ ਕੰਮ ਖਰਾਬ ਹੀ ਆ। ਮੈਂ ਹੁਣ ਬਸ ਇਹ ਕਰਦਾ ਇਹ ਗੱਲ, ਤੁਸੀਂ ਨਾ ਇਹ ਰਹਿਣ ਦਈਏ। ਠੀਕ ਹੈ ਜੀ। ਤੇ ਚਲੋ ਫਿਰ ਧਾਮੀ ਸਾਹਿਬ ਜੇ ਤੁਸੀਂ ਕਹਿੰਦੇ ਆ ਤਾਂ ਹੁਣ ਆਪਾਂ ਫਿਰ ਜਿਹੜੇ ਆਪਣੇ ਅਲਬਰਟਾ ਦੇ ਵਿੱਚ ਕੋਵਿਡ-19 ਦੇ ਹੈਗੇ ਆ ਹਾਂਜੀ ਕੇਸਿਸ, ਉਹਨਾਂ ਨੂੰ ਆਪਾਂ ਅਪਡੇਟ ਕਰ ਦਈਏ ਜੀ। ਬਿਲਕੁਲ ਜੀ, ਅੱਜ ਜਿਹੜੇ ਕੇਸ ਸਾਹਮਣੇ ਆਏ ਆ 1700 ਤੇ 38 ਆਏ ਆ ਭਾਜੀ। ਠੀਕ ਹੈ ਜੀ। ਤੇ ਕੁੱਲ ਕੇਸ ਜਿਹੜੇ ਆ 76792 ਹੋ ਚੁੱਕੇ ਆ। ਠੀਕ ਹੈ ਜੀ। ਇਸ ਦੇ ਨਾਲ ਹੀ ਜਿਹੜੇ ਗਾਂ 55947 ਕੇਸ ਜਿਹੜੇ ਤੰਦਰੁਸਤ ਵੀ ਹੋਏ ਆ ਜੀ। ਠੀਕ ਹੈ ਜੀ। ਤੇ ਜੇ ਆਪਾਂ ਹੁਣ ਤੱਕ ਮੌਤਾਂ ਦੀ ਗੱਲ ਕਰੀਏ ਤਾਂ 684 ਹੋ ਚੁੱਕੀਆਂ ਜੀ। ਠੀਕ ਹੈ ਜੀ। 20161 ਐਕਟਿਵ ਕੇਸ ਆ ਜੀ, 684 ਹਸਪੀਟਲ 'ਚ ਦਾਖਲ ਆ ਤੇ 123 ਜਿਹੜੇ ਆ ਉਹ ICU ਦੇ ਵਿੱਚ ਦਾਖਲ ਆ ਭਾਜੀ। ਠੀਕ ਹੈ ਜੀ। ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ ਬਿਲਕੁਲ ਜੀ, ਵੀ ਉਹ ਜਲਦੀ ਤੰਦਰੁਸਤ ਹੋਣ, ਆਪਣੇ ਪਰਿਵਾਰਾਂ 'ਚ ਜਾਣ। ਹਾਂਜੀ ਹਾਂਜੀ ਬਿਲਕੁਲ ਜੀ। ਕਿਉਂ ਜੀ, ਕਿਉਂਕਿ ਬੇਸ਼ੱਕ ਉਹ ਹਸਪੀਟਲ ਇਲਾਜ ਦੇ ਅਧੀਨ ਹੈਗੇ ਆ, ਹਾਂਜੀ ਲੇਕਿਨ ਪਰਿਵਾਰਾਂ ਨੂੰ ਇਹੀ ਆ ਵੀ ਜਲਦੀ ਠੀਕ ਹੋ ਜਾਣ ਤੇ ਘਰਾਂ 'ਚ ਆ ਜਾਣ, ਕਿਉਂਕਿ ਘਰ ਦੀ ਜਿਹੜੀ ਰੌਣਕ ਆ ਉਹ ਪਰਿਵਾਰਾਂ ਦੇ ਮੈਂਬਰਾਂ ਨਾਲ ਹੀ ਚੰਗੀ ਲੱਗਦੀ ਹੈ ਜੀ। ਬਿਲਕੁਲ ਜੀ ਠੀਕ ਹੈ ਬਿਲਕੁਲ, ਨਾ ਜੀ। ਤੁਹਾਡੀ ਬਿਲਕੁਲ ਗੱਲ ਸਹੀ ਆ। ਹਾਂਜੀ, ਇਸ ਕਰਕੇ ਬਹੁਤ ਵਧੀਆ ਵੀ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਠੀਕ ਹੋ ਜਾਣ, ਛੇਤੀ ਆ ਜਾ। ਬਿਲਕੁਲ ਜੀ, ਸਾਡੀ ਸਾਰੀ ਏਸ਼ੀਆ ਟੀਵੀ ਟੀਮ ਜਿਹੜੀ ਆ ਉਹਨਾਂ ਵੱਲੋਂ ਹਾਂਜੀ। ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਮਾਸਕ ਪਾਓ ਤੇ ਆਪਣੇ ਪਰਿਵਾਰ ਦਾ ਤੇ ਆਪਣਾ ਧਿਆਨ ਰੱਖੋ, ਆਪਣੀ ਸਿਹਤ ਦਾ ਧਿਆਨ ਰੱਖੋ ਜੀ। ਤੇ ਸਭ ਪਰਸੋਂ ਨੂੰ ਫਿਰ ਨਵੇਂ ਰੂਲ ਵੀ ਚੇਂਜ ਹੋ ਜਾਣੇ ਨਾ ਥੋੜੇ ਜਿਹਾ, ਜਿਹੜਾ ਉਹਨਾਂ ਕਰਕੇ ਵੀ ਹੁਣ ਤੋਂ ਹੀ ਸੁਚੇਤ ਹੋਣ ਲੱਗ ਪਣ, ਆਦਤਾਂ ਪਾਉਣ ਤੇ ਵਧੀਆ ਗੱਲ ਆ। ਬਿਲਕੁਲ ਜੀ ਬਿਲਕੁਲ। ਦੇਖੋ ਫਿਰ ਅਸੀਂ ਕਹਿ ਦਿੰਦੇ ਆ ਕਿ ਪੁਲਿਸ ਵਾਲੇ ਜਾਂ ਸਰਕਾਰ ਜਾਂ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਉਹ ਧੱਕਾ ਕਰਦਾ ਜਾਂ ਡਿਸਕ੍ਰਿਮੀਨੇਸ਼ਨ ਕਰਦਾ, ਅਸੀਂ ਮੇਨ ਇੱਥੇ ਲੈ ਆਉਨੇ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਵੀ ਅਸੀਂ ਆਪਣੀ ਸਾਡੀ ਸੇਫਟੀ ਆ, ਸਾਡੇ ਪਰਿਵਾਰਾਂ ਦੀ ਸੇਫਟੀ ਆ, ਜੋ ਸਾਨੂੰ ਟਿਕਟਾਂ ਦੇਣਗੇ। ਪਿੱਛੇ ਵੀ ਇੱਕ ਦਿਨ ਮੈਂ ਦੇਖਿਆ ਸੀਗਾ ਵੀ ਉਹ ਹਾਂਜੀ ਜਿਹੜਾ ਟਿਕਟਾਂ ਦੇ ਰਹੇ ਸੀਗੇ ਜੀ ਜੀ ਜੀ, ਤੇ ਹੁਣ ਉਹਨਾਂ ਨੇ ਹੋਰ ਵੀ ਸਖਤਾਈ ਕਰਨੀ ਹੈ ਜੀ। ਬਿਲਕੁਲ। ਤੇ ਆਪਣਾ ਇਹ ਚ ਸਾਡੀ ਸਾਰਿਆਂ ਦੀ ਭਲਾਈ ਆ। ਤੇ ਦੇਖੋ ਹੀਰ ਸਾਹਿਬ, ਜਿੰਨਾ ਨਵੀਆਂ ਜਿਹੜੇ ਰੂਲ ਆਏ ਆ, ਜੇ ਉਹਦੇ ਮੁਤਾਬਕ ਆਪਾਂ ਰਵਾਂਗੇ, ਹੋ ਸਕਦਾ 28 ਦਿਨ ਤੋਂ ਉਹ ਘਟਾ ਵੀ ਦੇਣ ਲਾਕਡਾਊਨ ਹੈ ਨਾ ਜੀ। ਜੇ ਨਹੀਂ ਤਾਂ ਹੋ ਸਕਦਾ ਵਧਾ ਵੀ ਦੇਣ ਅਗਲੇ। ਦੇਖੋ ਜੀ, ਇਹ ਤਾਂ ਡਿਪੈਂਡ ਕਰਦਾ ਵੀ ਆਪਣੇ ਕੇਸ ਘਟਦੇ ਆ ਜਾਂ ਅਸੀਂ ਉਹਦਾ ਰਿਜ਼ਲਟ ਕੀ ਦਿੰਨੇ ਆ। ਬਿਲਕੁਲ ਜੀ, ਰਿਜ਼ਲਟ ਅਸੀਂ ਦੇਣਾ ਤਾਂ ਸਾਹਿਬ, ਉਹਨਾਂ ਨੇ ਤਾਂ ਕਾਨੂੰਨ ਲਾਗੂ ਕਰਤੇ, ਮੰਨੇ ਤਾਂ ਆਪਾਂ ਹੀ ਆ। ਬਿਲਕੁਲ ਭਾਜੀ, ਰਾਈਟ, ਬਿਲਕੁਲ। ਉਹ ਤਾਂ ਹੁਣ ਲਾਗੂ ਕਰ ਸਕਦੇ ਆ, ਸਰਕਾਰ ਤਾਂ ਲਾਗੂ ਕਰ ਸਕਦੀ ਆ। ਹਾਂਜੀ ਹਾਂਜੀ ਹਾਂਜੀ। ਕੱਲੇ ਨੂੰ ਤਾਂ ਪੁਲਿਸ ਵਾਲਾ ਔਖਾ ਹੋ ਜਾਣਾ ਫਿਰ ਉਹਨੂੰ। ਦੇਖੋ ਤੰਗੀ ਤਾਂ ਅਸੀਂ ਸੋਚਦੇ ਹਾਂ ਵੀ ਸਾਨੂੰ ਤੰਗੀ ਹੋਣੀ ਹੈ ਨਾ ਚੀਜ਼ਾਂ ਦੀ, ਪਰ ਨਾਲ ਇਹ ਵੀ ਦੇਖੋ ਵੀ ਸਾਡੀ ਸਹੂਲਤ ਵਾਸਤੇ ਹੀ ਆ ਵੀ ਬੰਦੇ ਠੀਕ ਠਾਕ ਰਹਿਣ, ਸਾਰੇ ਤੰਦਰੁਸਤ ਰਹਿਣ, ਹਨਾ। ਸਾਡੀ ਭਲਾਈ ਆ। ਹਾਂ ਬਸ ਜੀ, ਸੋ ਸਾਡੀ ਬੇਨਤੀ ਹੈ ਜੀ ਵੀ ਸਰਕਾਰ ਦੇ ਜਿਹੜੇ ਰੂਲ ਨਵੇਂ ਆ ਰਹੇ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਆ ਪਾਲਣਾ ਕਰੋ ਜੀ, ਤੇ ਆਪਣੇ ਪਰਿਵਾਰਾਂ 'ਚ ਜਿਹੜਾ ਸੁੱਖ ਸ਼ਾਂਤੀ ਨਾਲ ਆਪਣੀ ਤੰਦਰੁਸਤੀ ਨਾਲ ਰਹੋ। ਹਾਂਜੀ ਹਾਂਜੀ ਹਾਂਜੀ। ਤੇ ਧਾਮੀ ਸਾਹਿਬ ਆਪਣੇ ਸਪਾਂਸਰ ਦਾ ਵੀ ਜਿਹੜਾ ਹੈਗਾ ਹਾਂਜੀ ਬਹੁਤ ਧੰਨਵਾਦ ਆ ਜੀ ਸਾਰੇ ਸਾਡੇ ਭੈਣਾਂ ਭਰਾਵਾਂ ਦਾ, ਤੇ ਬਹੁਤ ਅਸੀਂ ਦਿਲੋਂ ਰਿਣੀ ਆ ਜਿਹੜੇ ਕਿ ਸਾਨੂੰ ਪ੍ਰੋਗਰਾਮ ਲਈ ਜਾਂ ਸਾਡੇ ਇਸ ਬਿਜ਼ਨਸ ਲਈ ਸਪੋਰਟ ਕਰ ਰਹੇ ਆ, ਤੇ ਅਸੀਂ ਹਮੇਸ਼ਾ ਉਹਨਾਂ ਦੇ ਰਿਣੀ ਰਵਾਂਗੇ। ਬਿਲਕੁਲ ਜੀ। ਜੇ ਹੋਰ ਵੀ ਕਿਸੇ ਨੇ ਕੋਈ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਜਾਂ ਐਡ ਪਾਉਣੀ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ। 403 472 3000 ਇਹ ਸਭ ਆਪਣਾ ਨੰਬਰ ਮੇਰਾ ਹੈਗਾ ਜੀ 403 870 2518। ਹਾਂਜੀ, ਤੇ ਤੁਸੀਂ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ ਤੁਹਾਡਾ ਕੋਈ ਸੁੱਖ ਸੁਨੇਹਾ ਆਇਆ, ਉਹ ਵੀ ਤੁਸੀਂ ਆਪਣਾ ਭੇਜ ਸਕਦੇ ਆ। ਬਿਲਕੁਲ ਜੀ। ਤੇ ਜੇ ਤੁਹਾਡਾ ਕੋਈ ਸੁਝਾਅ ਆ ਸਾਡੇ ਲਈ ਤੇ ਉਹ ਵੀ ਸਾਨੂੰ ਸਿਰ ਮੱਥੇ ਆ ਜੀ, ਅਸੀਂ ਸਾਨੂੰ ਤੁਸੀਂ ਭੇਜੋ ਤੇ ਅਸੀਂ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਡੇ ਮਿਆਰ ਤੇ ਖਰੇ ਉਤਰ ਸਕੀਏ। ਹਾਂ ਬਿਲਕੁਲ। ਜਿਹੜਾ ਪ੍ਰੋਗਰਾਮ ਸਾਡਾ ਚੱਲਦਾ ਲਾਈਵ ਨਾ, ਉਹਦੇ ਥੱਲੇ ਸਾਡੀ ਈਮੇਲ ਵੀ ਆਉਂਦੀ ਹੈ ਜੀ। ਹਾਂਜੀ, ਮੇਰਾ ਖਿਆਲ ਵੈਬਸਾਈਟ ਵੀ ਮੁੰਡਾ ਪਾਉਂਦਾ। ਹਾਂਜੀ ਹਾਂਜੀ, ਤੁਸੀਂ ਉੱਥੋਂ ਜਾ ਕੇ ਵੀ ਇਨਫੋਰਮੇਸ਼ਨ ਲੈ ਸਕਦੇ ਆ, ਈਮੇਲ ਸਾਨੂੰ ਕਰ ਸਕਦੇ ਆ, ਸਾਨੂੰ ਸੁਝਾਅ ਦੇ ਸਕਦੇ ਵੀ ਇਸ ਚੀਜ਼ ਬਾਰੇ ਵੀ ਗੱਲ ਕਰੋ। ਠੀਕ ਹੈ ਜੀ। ਜਿੱਦਾਂ ਆਪਾਂ ਗੱਲ ਕੀਤੀ ਵੀ ਅਗਲੇ ਹਫਤੇ ਤੋਂ ਅਸੀਂ ਥੋੜਾ ਜਿਹਾ ਪ੍ਰੋਗਰਾਮ 'ਚ ਤਬਦੀਲੀ ਕਰਾਂਗੇ। ਹਾਂਜੀ ਹਾਂਜੀ, ਬਾਹਰੋਂ ਵੀ ਅਸੀਂ ਗੈਸਟ ਲੈਣੇ ਸ਼ੁਰੂ ਕਰਾਂਗੇ,
ਵੀਡੀਓ ਕਾਲ ਤੇ ਲੈ ਸਕੀਏ ਜਾਂ ਕਾਲ ਤੇ ਲੈ ਸਕੀਏ, ਕਿਉਂਕਿ ਕੋਵਿਡ ਕਰਕੇ ਹੋ ਸਕਦਾ ਅਸੀਂ ਉਹਨਾਂ ਨੂੰ ਸਟੂਡੀਓ ਨਾ ਬੁਲਾ ਸਕੀਏ। ਹਾਂਜੀ ਠੀਕ ਹੈ ਜੀ, ਇਸ ਕਰਕੇ ਥੋੜਾ ਜਿਹਾ ਡਰ ਰਹਿੰਦਾ। ਤੇ ਅਗਲੇ ਹਫਤੇ ਤੋਂ ਬਾਅਦ ਮੈਨੂੰ ਲੱਗਦਾ ਵੀ ਅਸੀਂ ਥੋੜਾ ਜਿਹਾ ਟੀਮ ਦੇ ਵਿੱਚ ਵਾਧਾ ਵੀ ਕਰਾਂਗੇ। ਠੀਕ ਹੈ ਜੀ। ਕੋਈ ਸੱਜਣ ਸਾਡੇ ਹਾਂਜੀ, ਨਾਲ ਜੁੜ ਰਹੇ ਆ। ਹਾਂਜੀ ਉਹ ਸੱਜਣ ਕੰਮਕਾਰ ਵਾਲੇ ਨਹੀਂ ਕਹਿ ਸਕਦੇ, ਉਹ ਸਾਡੇ ਜਾਨੀ ਕਿ ਪਾਰਟਨਰ ਹੀ ਆ। ਹਾਂਜੀ ਠੀਕ ਹੈ ਨਾ ਜੀ, ਇੱਕ ਟੀਮ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਆ, ਨਾ ਕੋਈ ਸਾਡਾ ਮਾਲਕ ਆ, ਹਾਂਜੀ ਹਾਂਜੀ ਨਾ ਕੋਈ ਸੀਓ ਸਾਡਾ ਕੁਝ ਨਹੀਂਗਾ। ਅਸੀਂ ਤਾਂ ਸਾਰੇ ਇੱਕ ਦੂਜੇ ਦੇ ਨਾਲ Team- ਭਰਾਵਾ, ਟੀਮ ਵਰਕ ਆ ਸਾਡਾ, Team ਸਾਰਾ। member ਸਾਰੇ ਹੀ ਹੈ, ਹਾਂ, ਬਿਲਕੁਲ। ਸਾਰੇ ਬੌਸ ਆ ਜੀ। ਹਾਂਜੀ ਹਾਂਜੀ ਠੀਕ ਹੈ ਨਾ ਜੀ, ਤੇ ਆਪਾਂ ਫਿਰ ਹੁਣ ਧਾਮੀ ਸਾਹਿਬ ਇਜਾਜ਼ਤ ਲਈਏ ਜੀ। ਜਿੱਦਾਂ ਤੁਹਾਡਾ ਹੁਕਮ ਆ ਜੀ। ਖੁਸ਼ ਰਿਹਾ ਕਰੋ, ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਅਗਲੇ ਹਫਤੇ ਤੱਕ ਹੁਣ ਤੁਹਾਡਾ ਸਾਡਾ ਰੱਬ ਰਾਖਾ। ਠੀਕ ਹੈ ਜੀ, ਇਹਦੇ ਨਾਲ ਹੀ ਸਤਿ ਸ਼੍ਰੀ ਅਕਾਲ।